ਸਿੱਖ ਮਸਲਿਆਂ ਤੇ ਗੱਲਬਾਤ ਕਰਨ ਵਾਸਤੇ ਇਸ ਵੈਬ ਮੰਚ ਤੇ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਾ ਜੋ ਸਾਡਾ ਵਿਸ਼ਾ ਹੈਗਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਕਿ ਸਿੱਖ ਧਰਮ ਦਾ ਸਭ ਕੁਝ ਜਿਸ ਨੂੰ ਅਸੀਂ ਮੰਨ ਲਈਏ, ਜਿਨ੍ਹਾਂ ਦੇ ਬਾਰੇ ਗੱਲ ਕਰਨੀ, ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਜੋ ਵੀ ਸਬਜੈਕਟ ਹੈ, ਸਿੱਖੀ ਫਿਲਾਸਫੀ ਹੈ, ਸਿੱਖੀ ਦਰਸ਼ਨ ਹੈ, ਹਰ ਇੱਕ ਚੀਜ਼ ਜਿਸ ਨੂੰ ਅਸੀਂ ਸਿੱਖ ਧਰਮ ਦੀ ਜਿੰਦ ਜਾਨ ਕਹਿੰਦੇ ਹਾਂ, ਜਿਹਨੂੰ ਅਸੀਂ ਸ਼ਬਦ ਗੁਰੂ ਔਰ ਪਤਾ ਨਹੀਂ ਕਿੰਨੇ ਵਿਸ਼ੇਸ਼ਣ ਅਸੀਂ ਗੁਰੂ ਮਹਾਰਾਜ ਦੀ ਜੋ ਸਿਫਤ ਹੈ ਉਹਦੇ ਵਾਸਤੇ ਵਰਤਦੇ ਹਾਂ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਗੁਰੂ ਮਹਾਰਾਜ ਦੇ ਸਰੂਪ ਬਾਰੇ, ਜੋ ਇੱਕ ਲੇਟੈਸਟ ਇੰਸੀਡੈਂਟ ਹੈ। ਗੁਰੂ ਮਹਾਰਾਜ ਦੇ ਸਰੂਪ ਨੂੰ ਤਿਆਰ ਕਰਨ ਦਾ ਜੋ ਅਜੋਕੇ ਸਮੇਂ ਵਿੱਚ ਇੱਕ ਖਾਸ ਉਹਦੇ ਦਿਸ਼ਾ ਨਿਰਦੇਸ਼ ਨੇ। ਖਬਰ ਇਹ ਹੈ ਕਿ ਮਲੇਸ਼ੀਆ ਦੇ ਵਿੱਚ ਇੱਕ ਜੋ ਗੁਰਦੁਆਰਾ ਸਾਹਿਬ ਇੱਕ ਕਮੇਟੀ ਹੈ, ਜੋ ਸ਼ਹਿਰ ਦਾ ਨਾਮ ਇੱਥੇ ਆ ਰਿਹਾ ਹੈ, ਖੈਰ ਅਸੀਂ ਉਸ ਚੀਜ਼ ਨੂੰ ਬਿਲਕੁਲ ਟੂ ਦੀ ਪੁਆਇੰਟ ਨਾਲ ਗੱਲ ਕਰੀਏ। ਮਲੇਸ਼ੀਆ ਦੇ ਵਿੱਚ ਇੱਕ ਗੁਰੂ ਮਹਾਰਾਜ ਦਾ ਸਰੂਪ ਤਿਆਰ ਕੀਤਾ ਗਿਆ ਹੈ, ਜਿਸ ਦਾ ਭਾਰ ਤਕਰੀਬਨ 7 ਕੁਇੰਟਲ ਦੱਸਿਆ ਜਾ ਰਿਹਾ ਹੈ। ਇਹ ਉੱਥੋਂ ਦੀ ਕਮੇਟੀ, ਉੱਥੋਂ ਦੀ ਸੰਗਤ ਨੇ ਕਿਸ ਮਕਸਦ ਨਾਲ ਤਿਆਰ ਕੀਤਾ ਹੈ, ਇਹਦੇ ਪਿੱਛੇ ਕੀ ਉਹਨਾਂ ਦਾ ਕੀ ਪ੍ਰੋਸਪੈਕਟਸ ਨੇ, ਕੀ ਇਹ ਜਾਇਜ਼ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੰਨੇ ਭਾਰੇ ਸਰੂਪ ਨੂੰ ਤਿਆਰ ਕੀਤਾ ਜਾਵੇ, ਉਹਦੀ ਕੀ ਆਊਟਪੁੱਟ ਹੈ। ਇੱਕ ਵੱਡਾ ਸਬਜੈਕਟ ਹੈ, ਕਿਉਂਕਿ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਕਿ ਸਾਡੇ ਕੋਲ ਪ੍ਰਿੰਟਿੰਗ ਮੀਡੀਆ ਹੈ, ਉਹਦੇ ਵਿੱਚ ਅਸੀਂ ਪ੍ਰਿੰਟਿੰਗ ਪ੍ਰੈਸਿਸ ਨੇ ਸਾਡੀਆਂ ਆਪਣੀ ਨਿੱਜੀ, ਔਰ ਉਹਦੇ ਵਿੱਚ ਗੁਰੂ ਮਹਾਰਾਜ ਦੇ ਇੰਨੇ ਭਾਰੇ ਸਰੂਪ ਨੂੰ ਤਿਆਰ ਕਰਨਾ, ਜੋ ਕਿ ਜੋ ਉਹਦੇ ਵਾਸਤੇ ਇੱਕ ਅੰਦਾਜ਼ਾ ਹੈ ਕਿ ਇਸ ਸਰੂਪ ਨੂੰ ਤਿਆਰ ਕਰਨ ਲਈ ਘੱਟ ਤੋਂ ਘੱਟ 4 ਤੋਂ 5 ਵਿਅਕਤੀ, ਪ੍ਰਕਾਸ਼ ਕਰਨ ਲਈ ਗੁਰੂ ਮਹਾਰਾਜ ਸਰੂਪ ਨੂੰ 4 ਤੋਂ 5 ਵਿਅਕਤੀ ਜਿਹੜੇ ਉਹ ਚਾਹੀਦੇ ਹਨ। ਔਰ ਇਸ ਚੀਜ਼ ਨੂੰ ਕਾਫੀ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਟਾਈਮ। ਪਹਿਲੀ ਖਬਰ ਇਹ ਲਗਭਗ 2017 ਦੀ ਹੈ, ਜਦੋਂ ਇਹ ਸਭ ਕੁਝ ਹੋਇਆ, ਪਰ ਉਸ ਸਮੇਂ ਇਸ ਮਾਮਲੇ 'ਚ ਕੁਝ ਖਬਰਾਂ ਵੀ ਆਈਆਂ, ਇਸ ਚੀਜ਼ ਨੂੰ ਇਹਦੇ ਨੋਟਿਸ ਵੀ ਲਏ ਗਏ, ਪਰ ਉਹ ਗੱਲ ਮੀਡੀਆ 'ਚ ਸਾਹਮਣੇ ਨਹੀਂ ਆਈ। ਅੱਜ ਕੱਲ੍ਹ ਅਸੀਂ ਕਾਫੀ ਮਾਮਲਿਆਂ 'ਚ ਉਲਝੇ ਪਏ ਹਾਂ। ਸਿੱਖ ਕੌਮ ਨੂੰ ਥਾਂ ਪਰ ਥਾਂ ਹਰ ਦਿਨ ਨਵੇਂ ਜੋ ਮਸਲੇ ਨੇ, ਨਵੇਂ ਜੋ ਇਸ਼ੂ ਨੇ, ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਸਭ ਦੇ ਵਿੱਚ ਇਹ ਖਬਰ ਥੋੜ੍ਹੀ ਡਿਮ ਹੋ ਗਈ, ਇਹ ਖਬਰ ਥੋੜ੍ਹੀ ਹਾਈਲਾਈਟ ਨਹੀਂ ਹੋ ਸਕੀ। ਪਰ ਗੁਜ਼ਰੇ ਮਹੀਨੇ ਦੁਬਾਰਾ ਇਹ ਚੀਜ਼ ਸਾਹਮਣੇ ਆਈ, ਜਦ ਸਾਡੇ ਮੌਜੂਦਾ ਜੋ ਜਥੇਦਾਰ ਸਾਹਿਬ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਜਦ ਇਸ ਕਮੇਟੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਇਸ ਚੀਜ਼ ਨੂੰ ਇਹਦੀ ਸਫਾਈ ਦਿੱਤੀ ਜਾਵੇ, ਇਸ ਚੀਜ਼ ਨੂੰ ਤਸਦੀਕ ਕੀਤਾ ਜਾਵੇ ਕਿ ਕੀ ਕਾਰਨ ਸੀ ਕਿ ਸਾਨੂੰ 7 ਕੁਇੰਟਲ ਦਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹ ਬਣਾਉਣਾ ਪਿਆ, ਉਹਦੇ ਰੀਜ਼ਨ ਕੀ ਨੇ, ਉਹਦਾ ਕਾਰਨ ਕੀ ਹੈ, ਔਰ ਅੱਜ ਦੀ ਤਾਰੀਖ 'ਚ ਕੀ ਇਹ ਚੀਜ਼ਾਂ ਕੋਈ ਮਾਇਨੇ ਰੱਖਦੀਆਂ ਨੇ ਕਿ ਇੱਕ ਐਸਾ ਸਰੂਪ ਤਿਆਰ ਕੀਤਾ ਜਾਵੇ ਜਿਨ੍ਹਾਂ ਦਾ ਪ੍ਰਕਾਸ਼ ਕਰਨ ਲਈ ਵੀ ਘੱਟ ਤੋਂ ਘੱਟ 4-5 ਸਿੱਖਾਂ ਦੀ ਸੰਗਤ ਦੀ ਲੋੜ ਪਵੇ, ਔਰ ਉਹਨਾਂ ਦਾ ਇੱਕ ਪੰਨਾ ਬਦਲਣ ਲਈ ਵੀ ਘੱਟੋ ਘੱਟ ਇੱਕ ਸਿੰਘ ਦੀ ਲੋੜ ਪਵੇ, ਇੱਕ ਸਿੱਖ ਦੀ ਜੋ ਲੋੜ ਪਵੇ। ਸੋ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਿੱਖ ਚਿੰਤਕ ਸੁਖਦੇਵ ਸਿੰਘ ਜੀ ਖੁਬਣੀਆਂ। ਸੋ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਅਸੀਂ ਗੱਲ ਕਰਨ ਜਾ ਰਹੇ ਹਾਂ, ਇਹ ਬੜਾ ਇੱਕ ਸੈਂਸਿਟਿਵ ਇਸ਼ੂ ਹੈਗਾ, ਇਹਦੇ ਉੱਤੇ ਗੱਲ ਕਰਨੀ, ਇਹਦੇ ਉੱਤੇ ਇੱਕ ਲਫ਼ਜ਼ ਜਿਹੜਾ ਉਹ ਧਿਆਨ ਦੇ ਨਾਲ ਬੋਲਣ ਦਾ ਜੋ ਮਤਲਬ ਕਿ ਬਣ ਜਾਂਦਾ, ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਸੋ ਸਭ ਤੋਂ ਪਹਿਲਾਂ ਇਹ ਖਬਰ ਬਾਰੇ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਦੀ ਉੱਥੇ ਘਟਨਾ ਵਾਪਰੀ ਹੈ। ਅੱਜ ਦੀ ਤਾਰੀਖ ਵਿੱਚ, ਅੱਜ ਦੇ ਯੁੱਗ ਵਿੱਚ ਕੀ ਜ਼ਰੂਰਤ ਹੈ ਕਿ ਅਸੀਂ 7 ਕੁਇੰਟਲ ਦਾ ਭਾਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕਰੀਏ,
ਔਰ ਉਹਦੇ ਪਿੱਛੇ ਕੀ ਮਕਸਦ ਹੋ ਸਕਦੇ ਨੇ, ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਕਿਸ ਤਰ੍ਹਾਂ ਦੀ ਮਾਨਸਿਕਤਾ ਹੈ ਇਸ ਸਾਰੇ ਪ੍ਰੋਸੈਸ ਦੇ ਪਿੱਛੇ? ਪਲੀਜ਼ ਇਹਦੇ ਬਾਰੇ ਕੁਝ ਚਾਨਣਾ ਪਾਓ ਤੁਸੀਂ। ਹਾਂਜੀ, ਧੰਨਵਾਦ ਯਾਦਵਿੰਦਰ ਸਿੰਘ ਜੀ ਤੁਹਾਡਾ। ਗੱਲ ਕੀ ਹੈ ਕਿ ਜੋ ਫਿਲਾਸਫੀ ਹੈ ਗੁਰੂ ਸਾਹਿਬਾਨ ਦੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਬਾਣੀ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ, ਉਹਨੂੰ ਸ਼ਾਇਦ ਅਸੀਂ ਸਮਝ ਨਹੀਂ ਸਕੇ। ਜੀ ਅਸੀਂ ਜੇ ਅਜੋਕੇ ਸਮੇਂ ਦੇ ਵਿੱਚ ਵੇਖੀਏ ਕਿ 7 ਕੁਇੰਟਲ ਦੀ ਬੀੜ ਤਿਆਰ ਕਰ ਲੈਣੀ, ਜਿਹਦਾ ਸਾਈਜ਼ ਜੀ 6.5 ਫੁੱਟ ਹੈ, ਭਾਵ ਕਿ ਜਦੋਂ ਪ੍ਰਕਾਸ਼ ਹੋਵੇ ਤੇ ਲਗਭਗ 13 ਫੁੱਟ ਚੌੜਾਈ ਬਣਦੀ ਹੈ। 13 ਫੁੱਟ ਜੀ ਚੌੜਾਈ ਵਾਲੀ ਬੀੜ ਦਾ ਮਤਲਬ ਕਿ ਉਹਦੇ ਉੱਤੋਂ ਪਾਠ ਕਰਨਾ ਅਸੰਭਵ ਹੈ ਇੱਕ ਬੰਦੇ ਵਾਸਤੇ। ਜੇ ਕਰਨਾ ਵੀ ਹੈ ਤੇ ਖੜਾ ਹੋ ਕੇ ਜੀ ਤੁਰ ਫਿਰ ਕੇ ਬਿਲਕੁਲ ਪਾਠ ਕਰ ਸਕਦਾ ਇਧਰੋਂ ਉਧਰ। ਬਿਲਕੁਲ ਜੀ ਇੱਥੋਂ ਇੱਕ ਗੱਲ ਤੇ ਸਪਸ਼ਟ ਹੈ ਕਿ ਉਹ ਪਾਠ ਕਰਨ ਦੇ ਨੁਕਤਾ ਨਿਗਾਹ ਤੋਂ ਤੇ ਬਣਾਈ ਨਹੀਂ ਗਈ, ਜੀ ਕਿ ਉਹ ਮਹਿਜ ਇੱਕ ਨੁਮਾਇਸ਼ ਦੀ ਵਸਤੂ ਬਣ ਕੇ ਰਹਿ ਗਈ ਹੈ। ਜਿਸ ਤਰ੍ਹਾਂ ਮੈਂ ਉੱਥੋਂ ਦੇ ਗੁਰਦੁਆਰਾ ਪੂਚੋਂਗ ਹੈ ਸ਼ਾਇਦ, ਹਾਂਜੀ ਜਿੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਬੀੜ ਹੈਗੀ ਹੈ, ਜੀ ਜੀ ਉਸ ਪ੍ਰਧਾਨ ਦੀ ਇੰਟਰਵਿਊ ਮੈਂ ਸੁਣ ਰਿਹਾ ਸੀ ਇੱਕ ਦਿਨ, ਤੇ ਉਹ ਕਹਿੰਦਾ ਕਿ ਮਲੇਸ਼ੀਆ ਸਿੱਖ ਗੁਰਦੁਆਰਾ ਕੌਂਸਲ ਜਿਹੜੀ ਹੈ, ਜੀ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਕਮੇਟੀ ਤੋਂ ਬਾਅਦ ਜੇ ਕੋਈ ਸੰਗਠਨ ਹੈਗਾ ਹੈ ਗੁਰਦੁਆਰਿਆਂ ਦਾ, ਤੇ ਜੀ ਉਹ ਮਲੇਸ਼ੀਆ ਵਾਲਾ ਵੱਡਾ ਗਿਣਿਆ ਜਾਂਦਾ, ਪੁਰਾਤਨ। ਜੀ ਉਹ ਕਹਿੰਦਾ ਕੌਂਸਲ ਦੇ ਵਿੱਚ ਇੱਕ ਵਾਰੀ ਇਹ ਗੱਲ ਚੱਲੀ ਕਿ ਕੋਈ ਐਸਾ ਕੰਮ ਕੀਤਾ ਜਾਵੇ ਕਿ ਜਿਹਦੇ ਨਾਲ ਸਿੱਖੀ ਪ੍ਰਤੀ ਅਟਰੈਕਸ਼ਨ, ਲੋਕਾਂ ਦੀ ਖਿੱਚ ਪੈਦਾ ਹੋਵੇ। ਅੱਛਾ ਜੀ, ਠੀਕ। ਉੱਥੇ ਕੁਝ ਨੁਕਤੇ ਰੱਖੇ ਗਏ ਕਿ ਵੱਡ ਆਕਾਰੀ ਖੰਡਾ ਬਣਾਇਆ ਜਾਵੇ ਜਾਂ ਬਹੁਤ ਵੱਡਾ ਨਿਸ਼ਾਨ ਸਾਹਿਬ ਕਿਤੇ ਲਾਇਆ ਜਾਵੇ, ਜਿਹੜਾ ਖਿੱਚ ਦਾ ਜੀ ਕੇਂਦਰ ਬਣੇ, ਜਿਹਦੇ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੁਝ ਮਤਲਬ ਖਾਸ ਕੀਤਾ। ਜੀ ਤੇ ਉਸ ਪ੍ਰਧਾਨ ਦੀ ਜ਼ੁਬਾਨੀ ਹੈ ਕਿ ਮੈਂ ਉੱਥੇ ਕੌਂਸਲ ਦੇ ਅੱਗੇ ਮਤਾ ਰੱਖਿਆ ਕਿ ਜੇ ਆਪਾਂ ਵੱਡੀ ਬੀੜ ਤਿਆਰ ਕਰ ਲਈਏ ਕੋਈ ਅੱਛਾ ਜੀ ਤੇ ਉਹ ਪ੍ਰਧਾਨ ਦੇ ਜੋ ਜ਼ੁਬਾਨੀ ਉਹਦੇ ਬੋਲ ਨੇ ਕਿ ਸਿੱਖ ਕੌਂਸਲ ਮਲੇਸ਼ੀਆ ਨੇ ਮੈਨੂੰ ਲਿਖਤੀ ਪ੍ਰਵਾਨਗੀ ਦਿੱਤੀ ਹੋਈ ਹੈ ਇਹ ਬੀੜ ਬਣਾਉਣ ਦੀ। ਅੱਛਾ ਜੀ, ਠੀਕ। ਹੁਣ ਮੁੱਦਾ ਇਹ ਬਣਦਾ ਕਿ ਠੀਕ ਹੈ, ਇਕੱਲੇ ਬੰਦੇ ਨੂੰ ਤੇ ਪਤਾ ਨਹੀਂ ਕਿ ਅਕਾਲ ਤਖਤ ਤੋਂ ਕੀ ਹੁਕਮ ਜਾਰੀ ਹੋਏ ਨੇ। ਸਿਰਫ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾਂ ਦਿੱਲੀ ਕਮੇਟੀ ਦੇ ਕੋਲ ਹੀ ਸਿਰਫ ਬੀੜਾਂ ਛਾਪਣ ਦਾ ਜਿਹੜਾ ਅਧਿਕਾਰ ਹੈਗਾ, ਜੀ ਜੀ ਕਿ ਸਾਨੂੰ ਪਤਾ ਪਿਛਲੇ ਸਮੇਂ 'ਚ ਕੀ ਕੁਝ ਹੋਇਆ, ਜਿਹੜੀਆਂ ਮਜਬੂਰੀਆਂ ਕਰਕੇ ਦੂਸਰਿਆਂ ਕੋਲੋਂ ਇਹ ਅਧਿਕਾਰ ਖੋਣਾ ਪਿਆ। ਪਰ ਹਾਂਜੀ ਕੀ ਬਿਲਕੁਲ ਸਿੱਖ ਬਿਲਕੁਲ ਕੌਂਸਲ ਦੇ ਵਿੱਚ ਕੋਈ ਵੀ ਐਸਾ ਬੰਦਾ ਨਹੀਂ ਹੋਏਗਾ? ਮੇਰਾ ਖਿਆਲ ਉੱਥੇ ਬੜੇ ਵਧੀਆ ਬੰਦੇ ਬੈਠੇ ਹੋਏ ਨੇ ਜਿਹੜੇ ਸਿੱਖੀ ਬਾਰੇ ਸਮਝਦੇ ਆ। ਹਾਂਜੀ, ਇਹ ਪ੍ਰਸ਼ਨ ਹੈ, ਇਹ ਵੱਡਾ ਪ੍ਰਸ਼ਨ ਹੈ ਕਿ ਹਾਂਜੀ ਜਦੋਂ ਇਹ ਚੀਜ਼ਾਂ ਉੱਥੋਂ ਅਪਰੂਵ ਕੀਤੀਆਂ ਗਈਆਂ ਹਾਂਜੀ ਤੇ ਕੀ ਬਾਕੀ ਸਿੰਬਲ ਤਾਂ ਚਲੋ ਖੈਰ ਸਿੰਬਲ ਤਾਂ ਦਿਖਾਉਣ ਲਈ ਹੁੰਦੇ ਨੇ। ਜੇ ਨਿਸ਼ਾਨ ਹਾਂਜੀ ਸਾਹਿਬ ਹੈ ਤਾਂ ਨਿਸ਼ਾਨ ਸਾਹਿਬ ਉਹ ਵੀ ਇੱਕ ਸਿੰਬਲ ਹੈ ਗੁਰਦੁਆਰਾ ਸਾਹਿਬ ਦਾ, ਸਿੱਖ ਧਰਮ ਦਾ। ਚਲੋ ਉਹਨੂੰ ਕਿਸੇ ਤਰੀਕੇ ਦੀ ਦਿੱਖ ਦੇਣੀ, ਖੂਬਸੂਰਤ ਤਰੀਕੇ ਨਾਲ ਚੋਲਾ ਸਾਹਿਬ ਉਹਦੇ ਬਦਲਨੇ ਜਾਣ, ਔਰ ਖੰਡਾ ਔਰ ਇੱਕ ਓਂਕਾਰ ਦੇ ਜਿਹੜੇ ਸਾਡੇ ਸਿੰਬਲ ਨੇ, ਉਹ ਨਿਸ਼ਾਨ ਨੇ, ਤੇ ਉਹਨਾਂ ਨੂੰ ਹਾਈਲਾਈਟ ਕੀਤਾ ਜਾਣਾ ਚਾਹੀਦਾ ਹੈ। ਪੰਥ ਦੇ ਬੋਲਬਾਲੇ ਨੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਜਦੋਂ ਸਾਡੇ ਇਤਿਹਾਸ ਦੇ ਵਿੱਚ ਵੀ ਸਿੱਖ ਫੌਜਾਂ, ਸਿੱਖ ਲਸ਼ਕਰ ਜਦੋਂ ਉਹ ਰਵਾਨਗੀ ਤੇ ਪੈਂਦੇ ਸਨ, ਆਉਂਦੇ ਸਨ, ਜਾਂਦੇ ਸਨ, ਉਹ ਅਗਲੇ ਪਾਸੇ ਆਪਣੇ ਨਿਸ਼ਾਨ ਲੈ ਕੇ ਚੱਲਦੇ ਸਨ। ਪਰ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਉਸ ਕੈਟਾਗਰੀ ਚ ਆਉਂਦਾ ਹੈ ਕਿ ਇਹਨੂੰ ਵੀ ਉਸ ਤਰੀਕੇ ਦਾ ਦਿਲ ਖਿੱਚਵਾਂ ਤੇ ਇੱਕ ਏਡਾ ਵੱਡ ਆਕਾਰੀ ਬਣਾਇਆ ਜਾਵੇ ਕਿ ਲੋਕ ਉਹਦੇ ਵੱਲ ਖਿੱਚੇ ਜਾਣ? ਕਿ ਉਹਦੇ ਵਿੱਚ ਕੈਪੇਬਿਲਿਟੀ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਵੱਡਾ ਆਕਾਰ ਦੇ ਕੇ? ਇਹ ਸਵਾਲ ਉੱਠਦਾ ਹੈ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਉਹ ਪ੍ਰੂਵ ਕੀਤਾ ਹੈ, ਪਰ ਕੀ ਉਹਨਾਂ ਨੂੰ ਪਤਾ ਨਹੀਂ ਕਿ ਇਹ ਚੀਜ਼, ਇਹ ਜਿਹੜਾ ਸਿੰਬਲ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹ ਸਿੰਬਲ ਨਹੀਂ ਹੈਗੇ ਸਿੱਖ ਧਰਮ ਦੇ। ਸਿੰਬਲ ਨਹੀਂ, ਇਹ ਸਿੱਖ ਧਰਮ ਦੀ ਇੱਕ ਰੂਹ ਹੈ, ਇੱਕ ਜਾਨ ਹੈ, ਇੱਕ ਦਿਲ ਹੈ। ਹਾਂਜੀ ਤੇ ਕੀ ਉੱਥੇ ਉਹ ਲੋਕ ਖੈਰ ਮਲੇਸ਼ੀਆ ਸਨੋਨ ਹੈ, ਬਹੁਤ ਪੁਰਾਣੀ, ਮੇਰੇ ਖਿਆਲ ਹੈ ਸ਼ਾਇਦ ਕੈਨੇਡਾ ਤੋਂ ਵੀ ਪਹਿਲਾਂ ਦੀ ਗੱਲਾਂ ਨੇ, ਜਦੋਂ ਪੰਜਾਬ ਦੇ ਵਿੱਚੋਂ ਹਾਂਜੀ ਕਮਿਊਨਿਟੀ ਉੱਥੇ ਹਿਜਰਤ ਕੀਤੀ ਹੈ ਇਹਨਾਂ ਨੇ, ਮਾਈਗ੍ਰੇਸ਼ਨ ਹੋਈ ਹੈ। ਹਾਂਜੀ ਸੋ ਇਹ ਇੱਕ ਸਵਾਲ ਉੱਠਦਾ ਕਿ ਕੌਣ ਉਹਦੇ ਪਿੱਛੇ ਜ਼ਿੰਮੇਵਾਰ ਹੋਏਗਾ? ਔਰ ਏਡਾ ਵੱਡਾ ਫੈਸਲਾ ਲੈ ਲੈਣਾ ਬਿਨਾਂ ਸਾਡੀਆਂ ਸੁਪਰੀਮ ਅਥਾਰਟੀਜ਼ ਦੀ ਸਹਿਮਤੀ ਤੋਂ, ਬਿਨਾਂ ਸਾਡੇ ਮੇਨ ਸਕਾਲਰਸ ਦੀ ਸਹਿਮਤੀ ਤੋਂ, ਇਹ ਕਿੰਨਾ ਕੁ ਜਾਇਜ਼ ਹੈ? ਇਹੋ ਜਿਹਾ ਸਵਾਲ ਪੈਦਾ ਹੁੰਦਾ ਕਿ ਚਲੋ ਇਕੱਲਾ ਪ੍ਰਧਾਨ ਤੇ ਜਿਹੜਾ, ਉਹ ਮੇਰਾ ਖਿਆਲ ਕਿ ਪੂਰਨ ਗੁਰਸਿੱਖ ਵੀ ਨਹੀਂ ਆ, ਉਹ ਤਿਆਰ ਸਿੰਘ ਨਹੀਂ ਹੈ, ਖੰਡੇ ਦੀ ਪੌਲ ਉਹਨੇ ਨਹੀਂ ਲਈ ਹੋਈ, ਕਲੀਨ ਸ਼ੇਵ ਹੈ। ਕੀ ਉਸ ਕੌਂਸਲ ਦੇ ਵਿੱਚ ਕੋਈ ਵੀ ਐਸਾ ਵਿਅਕਤੀ ਨਹੀਂ ਸੀ ਜਿਹਨੂੰ ਸਾਰੇ ਇਸ ਮਸਲੇ ਦਾ ਪਤਾ ਹੁੰਦਾ ਵੀ ਕਿਸ ਤਰ੍ਹਾਂ ਬੀੜਾਂ ਦੀ ਛਪਾਈ ਦੇ ਜਿਹੜੇ ਅਧਿਕਾਰ ਨੇ ਕਿਹਦੇ ਕੋਲ ਆ ਤੇ ਆਮ ਬੰਦਾ ਨਹੀਂ ਕਰ ਸਕਦਾ? ਫਿਰ ਦੂਸਰੀ ਗੱਲ ਹੈ ਕਿ ਉਹ ਬੀੜ ਜਿਹੜੀ ਹੈ, ਹਾਂਜੀ, ਆਪਾਂ ਵੇਖੀਏ ਤੇ ਜਿਹੜੀ ਗੁਰਦੁਆਰਿਆਂ ਦੀ ਨਿੱਤ ਦੀ ਮਰਜ਼ਾਦਾ ਆ, ਉਹਦੇ ਉੱਤੇ ਲਾਗੂ ਹੀ ਨਹੀਂ ਹੋ ਸਕਦੀ।
ਹਾਂਜੀ ਉਹਨੂੰ ਬਿਲਕੁਲ, ਪ੍ਰਕਾਸ਼ ਕਿਉਂਕਿ ਕਰਨਾ, ਹਾਂਜੀ, ਸੁੱਖ ਆਸਨ ਹਾਂਜੀ, ਕਰਨਾ ਰੋਜ਼ਾਨਾ। ਮੈਂ ਹਾਂਜੀ, ਵੇਖਿਆ ਵੀਡੀਓ ਦੇ ਵਿੱਚ ਕਿ ਇੱਕ ਸਿੰਘ ਜਿਹੜਾ ਤਾਬਿਆ ਬੈਠਾ ਇਸ ਪਾਸੇ ਤੇ ਇੱਕ ਉਹਦੇ ਓਪੋਜ਼ਿਟ ਸਾਹਮਣੇ ਪਾਸੇ ਜਿੱਧਰੋਂ ਮੱਥਾ ਟੇਕੀਦਾ, ਅੱਛਾ ਦੋਵਾਂ ਜੀ, ਪਾਸਿਆਂ ਤੋਂ ਦੋ ਜਾਣੇ ਉਹਦਾ ਪੱਤਰਾ ਉਥਲ ਰਹੇ ਨੇ। ਅੱਛਾ ਜੀ, ਤੇ ਇਹ ਮੇਰਾ ਖਿਆਲ ਕਿ ਪੋਸੀਬਲ ਨਹੀਂ ਕਿ ਐਸੀ ਭੀੜ ਦਾ ਪ੍ਰਕਾਸ਼ ਕੀਤਾ ਜਾਵੇ ਸੰਗਤ ਦੇ ਵਿੱਚ ਤੇ ਜਿੱਦਾਂ ਜਿਹੜੀ ਨਿੱਤ ਦੀ ਮਰਜ਼ਾਦਾ ਨਿਭਾਈ ਜਾ ਸਕਦੀ ਹੋਵੇ। ਤੇ ਜੇ ਮਰਜ਼ਾਦਾ ਨਿਭ ਹੀ ਹਾਂਜੀ, ਨਹੀਂ ਸਕਦੀ ਤੇ ਏਡੀ ਵੱਡੀ ਭੀੜ ਬਣਾਉਣ ਦਾ ਕਾਰਨ ਕੀ ਹੈ? ਫਿਰ ਇਹੋ ਹੀ ਕਾਰਨ ਹੈ ਕੀ? ਕਿ ਲੋਕਾਂ ਦਾ ਧਿਆਨ ਖਿੱਚ ਕੇ ਤੇ ਪੈਸੇ ਕਮਾਉਣੇ। ਹਾਂ, ਤੇ ਖੈਰ ਅਸੀਂ ਉਹਨੇ ਇਹਦੇ 'ਚ ਲੱਗੇ ਉੱਥੋਂ ਦੇ ਪ੍ਰਧਾਨ ਸਾਹਿਬ ਨੇ ਬੜੇ ਮਾਣ ਨਾਲ ਦੱਸਿਆ ਕਿ ਵੇਖੋ ਜੀ, ਲੋਕ ਵੇਖਣ ਆਉਂਦੇ ਨੇ। ਕੱਲ ਦਿੱਲੀ ਤੋਂ 2 ਬੰਦੇ ਸਪੈਸ਼ਲ ਇਸੇ ਵਾਸਤੇ ਆਏ ਕਿ ਅਸੀਂ ਐਡੀ ਵੱਡੀ ਭੀੜ ਵੇਖਣੀ ਹੈ। ਉਹ ਇਹਨੂੰ ਅੱਛਾ ਪ੍ਰਾਪਤੀ ਜੀ, ਗਿਣ ਰਹੇ ਨੇ। ਜੀ, ਤੇ ਜੇ ਅਸੀਂ ਲੋਕਾਂ ਨੂੰ ਇਕੱਠੇ ਕਰਨ ਲਈ ਸਿਰਫ ਟੂਰਿਜ਼ਮ ਦਾ ਕੇਂਦਰ ਬਣਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਵਰਤੋਂ ਕਰ ਰਹੇ ਤੇ ਮੇਰਾ ਖਿਆਲ ਕਿ ਇਹਦੇ ਤੋਂ ਦੁੱਖ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਅਜੋਕੇ ਸਮੇਂ ਦੇ ਵਿੱਚ ਹਾਂਜੀ, ਸਾਡੇ ਲਈ। ਹਾਂਜੀ, ਹਾਂਜੀ। ਔਰ ਦੂਸਰਾ ਕੀ ਹੁੰਦਾ ਹੈ ਕਿ ਇੱਕ ਨਾ ਸਾਡੀ ਕੌਮ ਦੇ ਵਿੱਚ, ਇੱਕ ਕਮਿਊਨਿਟੀ 'ਚ ਕੁਛ ਇਸ ਤਰ੍ਹਾਂ ਦਾ ਰੁਝਾਨ ਵੀ ਹੈ ਕਿ ਜੇ ਇਸ ਤਰ੍ਹਾਂ ਦੀ ਮਹਾਰਾਜ ਦਾ ਸਰੂਪ, ਇਸ ਤਰ੍ਹਾਂ ਦੀ ਭੀੜ ਵੱਡ ਆਕਾਰੀ ਤਿਆਰ ਕੀਤੀ ਗਈ ਹੈ, ਜਿਹਦਾ ਭਾਰ ਲਗਭਗ 7 ਕੁਇੰਟਲ ਹੈ, ਔਰ ਜਿਨ੍ਹਾਂ ਦਾ ਪ੍ਰਕਾਸ਼ ਕਰਨ ਲਈ ਸਾਨੂੰ ਕਮ ਸੇ ਕਮ 4 ਤੋਂ 5 ਜਿਹੜੇ ਸੰਗਤ ਦੇ ਮੈਂਬਰ ਚਾਹੀਦੇ ਨੇ, ਤਾਂ ਹੋ ਸਕਦਾ ਕੱਲ੍ਹ ਨੂੰ ਕੋਈ ਹੋਰ ਵੀ ਕਮੇਟੀ ਉੱਠੇ ਤੇ ਉਹ ਸੋਚੇ ਕਿ ਅਸੀਂ ਇਸ ਤੋਂ ਵੱਡ ਆਕਾਰੀ ਸਰੂਪ ਤਿਆਰ ਕਰੀਏ, ਤੇ ਅਸੀਂ ਮਤਲਬ ਉਸ ਚਿਰਬਾਦੀ 'ਚ ਕੋਈ 10 ਕੁਇੰਟਲ ਦਾ ਸਰੂਪ ਤਿਆਰ ਹੋ ਜਾਵੇ। ਇਹ ਗੱਲ ਕਿੱਥੋਂ ਤੱਕ ਜਾਵੇਗੀ? ਫਿਰ ਖਤਮ ਤਾਂ ਇਸ ਦਾ ਤਾਂ ਕੋਈ ਅੰਤ ਨਹੀਂ ਹੈਗਾ। ਇਹ ਕਿੱਥੋਂ ਤੱਕ ਹਾਂਜੀ, ਇਹ ਤੇ ਜਾਵੇਗੀ? ਫਿਰ ਇੱਕ ਮਤਲਬ ਜਿੱਦਾਂ ਰਿਕਾਰਡ ਬਣਾਉਣ ਵਾਲੀ ਗੱਲ ਹੋ ਗਈ ਨਾ। ਹੁਣ 7 ਹਾਂਜੀ, ਕੁਇੰਟਲ ਦਾ ਮਤਲਬ ਕਿ ਇਹ 10 ਬੰਦੇ ਵੀ ਉਹਨੂੰ ਉਠਾ ਰਹੇ ਨੇ ਤੇ 70 ਕਿਲੋ ਭਾਰ ਪ੍ਰਤੀ ਬੰਦਾ ਆਉਂਦਾ, ਜਿਹੜਾ ਕਿ ਬਹੁਤ ਜ਼ਿਆਦਾ ਹੈ। ਜੀ, ਬਿਲਕੁਲ। ਆਮ ਬੰਦੇ ਵਾਸਤੇ 70 ਕਿਲੋ ਭਾਰ ਚੁੱਕਣਾ ਮੇਰਾ ਖਿਆਲ ਕਿ ਮੁਸ਼ਕਲ ਆ। ਜੀ, ਜੀ, ਜੀ। ਤੇ ਫਿਰ ਦੂਸਰੀ ਗੱਲ ਕਿ ਇਹਦੇ ਰਾਹੀਂ ਬਹੁਤ ਵੱਡੀ ਰਕਮ ਵੀ ਕਹਿੰਦੇ ਇਕੱਠੀ ਕੀਤੀ ਗਈ ਹੈ। ਉਹਨਾਂ ਦੀ ਆਪਣੀ ਜ਼ੁਬਾਨੀ ਸੀ ਕਿ $1,20,000 ਖਰਚਾ ਜਿਹੜਾ ਮਿਥਿਆ ਗਿਆ ਸੀ ਤੇ ਸੰਗਤਾਂ ਅੱਛਾ ਨੂੰ ਜੀ। ਅਪੀਲ ਕੀਤੀ ਗਈ ਡੋਨੇਸ਼ਨ ਦੀ। ਜੀ, ਜੀ। ਤੇ ਗੱਲਾਂ ਇਹ ਵੀ ਆਈਆਂ ਸੀ ਕਿ ਇੱਕ ਪੱਤਰਾ ਜਿਹੜਾ ਉਹ ਸਪਾਂਸਰ ਕੀਤਾ ਗਿਆ ਸੀ ਲੋਕਾਂ ਵੱਲੋਂ, ਅੱਛਾ ਜੀ। ਸੰਗਤਾਂ ਵੱਲੋਂ, ਕਿ ਮੈਂ ਇਸ ਪੱਤਰੇ ਦੀ, ਜਿੱਦਾਂ ਆਪਾਂ ਵੇਖਦੇ ਹਾਂ ਗੁਰਦੁਆਰਿਆਂ 'ਚ ਸਿਲਾਂ ਲੱਗੀਆਂ ਹੁੰਦੀਆਂ ਕਿ ਇਹ ਪੱਥਰ ਦੀ ਸਿਲ ਦੀ ਸੇਵਾ ਇਹਨੇ ਕੀਤੀ ਹੈ, ਇੱਥੇ ਇਹਨੇ ਕੀਤੀ ਹੈ। ਹਾਂਜੀ, ਬਿਲਕੁਲ, ਬਿਲਕੁਲ, ਬਿਲਕੁਲ। ਹਾਂਜੀ, ਇਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪੱਤਰੇ ਜਿਹੜੇ ਆ ਸਪਾਂਸਰ ਕੀਤੇ ਗਏ ਨੇ, ਸਪਾਂਸਰ ਕਰਵਾਏ ਗਏ ਸੰਗਤਾਂ ਦੇ ਕੋਲੋਂ। ਜੀ, ਜੀ, ਜੀ। ਤੇ ਹਾਲਾਂਕਿ ਉਹਨਾਂ ਨੇ ਦੱਸਿਆ ਕਿ ਕਿਸੇ ਦਾ ਨਾਮ ਪੱਤਰੇ ਦੇ ਉੱਤੇ ਨਹੀਂ ਲਿਖਿਆ ਗਿਆ, ਪਰ ਫਿਰ ਵੀ ਅੱਛਾ ਮੇਰਾ ਜੀ। ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਲਿਸਟ ਵੀ ਬਣੇਗੀ ਇਹਨਾਂ ਦੀ ਕਿ ਕਿਹੜੇ ਬੰਦਿਆਂ ਨੇ ਆਹ ਬੀੜ ਸਪਾਂਸਰ ਕੀਤੀ ਹੈ। ਜੀ, ਜੀ, ਜੀ। ਕਿ ਅਸੀਂ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਮੁਤਾਜੀ ਜਿਹੜੀ ਬੰਦਿਆਂ ਦੇ ਅਧੀਨ ਮੇਰਾ ਖਿਆਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਸਿਰਫ ਇੱਕ ਕਮਾਈ ਦਾ ਜ਼ਰੀਆ ਬਣਾਉਣ ਲਈ। ਹਾਂਜੀ, ਬਿਲਕੁਲ, ਬਿਲਕੁਲ। ਔਰ ਇਹ ਜਿਹੜੀ ਮੇਨ ਗੱਲ ਹੈ, ਇਹ ਮੇਨ ਕਨਸੈਪਟ ਹੈ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਉਹ ਆਦਰਸ਼ਕ ਕੰਮ ਕਰੀਏ ਜਿਹੜੇ ਗੁਰਬਾਣੀ ਤੇ ਆਧਾਰਿਤ ਨੇ, ਔਰ ਉਹਨਾਂ ਦੇ ਨਾਲ ਅਸੀਂ ਸੰਗਤ ਨੂੰ ਵੀ ਪ੍ਰਭਾਵਿਤ ਕਰੀਏ, ਔਰ ਜਿਹੜੇ ਦੂਸਰੇ ਧਰਮਾਂ ਦੇ ਲੋਕ ਵੀ ਨੇ, ਖਾਸ ਕਰ ਕਿਉਂਕਿ ਜਦੋਂ ਅਸੀਂ ਮਲੇਸ਼ੀਆ ਦੀ ਗੱਲ ਕਰ ਰਹੇ ਹਾਂ ਤੇ ਉਹ ਇੱਕ ਮੁਸਲਿਮ ਕੰਟਰੀ ਹੈ, ਔਰ ਜੇ ਅਸੀਂ ਉੱਥੇ ਸੱਚਮੁੱਚ ਉਹਨਾਂ ਨੂੰ ਸਿੱਖ ਧਰਮ ਵੱਲ ਖਿੱਚਣਾ ਚਾਹੁੰਦੇ ਹਾਂ, ਤਾਂ ਚਾਹੀਦਾ ਤੇ ਹੈ ਕਿ ਅਸੀਂ ਉੱਥੇ ਬਿਹਤਰ ਕਿਰਦਾਰ ਪੈਦਾ ਕਰੀਏ। ਮਤਲਬ ਖੈਰ ਇਹ ਇਕੱਲਾ ਇੱਕ ਕੰਟਰੀ ਨਹੀਂ, ਇਹ ਵਰਲਡ ਵਾਈਡ ਗੱਲ ਹੈ ਕਿ ਅਸੀਂ ਬਿਹਤਰ ਕਿਰਦਾਰ ਪੈਦਾ ਕਰੀਏ, ਕਿਉਂਕਿ ਕਿਰਦਾਰ ਪ੍ਰਭਾਵਿਤ ਕਰੇਗਾ। ਗੁਰਬਾਣੀ ਦਾ ਮਕਸਦ ਇਹ ਸੀ ਕਿ ਉਹ ਕਿਰਦਾਰ ਪੈਦਾ ਕਰਦੀ। ਗੁਰਬਾਣੀ ਆਪਣੇ ਬਿਲਕੁਲ ਆਪ ਜੀ, ਨੁਮਾਇਸ਼ ਨਹੀਂ ਹੈਗੀ। ਜਿੱਥੇ ਵੀ ਸਿੱਖਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਆਪਣੇ ਕਿਰਦਾਰ ਦੇ ਨਾਲ, ਆਪਣੇ ਕੰਮਾਂ ਦੇ ਨਾਲ ਕੀਤਾ, ਨਾ ਕਿ ਵੱਡੇ ਨਿਸ਼ਾਨ ਜੀ, ਸਾਹਿਬ ਜੀ, ਲਾ ਕੇ ਜਾਂ ਵੱਡੇ ਵੱਡੇ ਖੰਡੇ ਬਣਾ ਕੇ ਪ੍ਰਭਾਵਿਤ ਕੀਤਾ ਗਿਆ। ਠੀਕ ਹੈ, ਉਹ ਸਾਡੇ ਵਾਸਤੇ ਨੇ। ਜੀ, ਜੀ, ਬਿਲਕੁਲ। ਗੁਰਦੁਆਰਿਆਂ ਦੇ ਵਿੱਚ ਜੋ ਕੁਝ ਵੀ ਆ ਉਹ ਇੱਕ ਸਿੱਖ ਵਾਸਤੇ ਆ, ਪਰ ਸਿੱਖ ਦੀ ਪਰਸਨੈਲਿਟੀ ਕੀ ਆ ਉਹ ਸਾਰੀ ਦੁਨੀਆ ਵਾਸਤੇ ਆ। ਬਿਲਕੁਲ, ਹਾਂਜੀ। ਤੇ ਸਿੱਖੀ ਦਾ ਜਿਹੜਾ ਕਿਰਦਾਰ ਹੈ, ਸਾਡਾ ਬੋਲ ਚਾਲ, ਸਾਡੀ ਵਰਤੋਂ ਜੀ, ਵਿਹਾਰ ਦੁਨੀਆ 'ਚ ਕਿਵੇਂ ਵਿਚਰਨਾ, ਉਹ ਤੈਅ ਕਰਦੀ ਹੈ ਕਿ ਸਿੱਖ ਕਿਵੇਂ ਦਾ ਹੈ ਤੇ ਜੀ, ਕਿੰਨਾ ਕੁ ਜੀ, ਅਟਰੈਕਸ਼ਨ ਅਸੀਂ ਲੋਕਾਂ ਦਾ ਆਪਣੇ ਪ੍ਰਤੀ ਪੈਦਾ ਕਰ ਸਕਦੇ ਹਾਂ। ਜੀ, 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 ਬਿਲਕੁਲ। ਤੇ ਔਰ ਹੁਣ ਇੱਕ ਹੋਰ ਚੀਜ਼ ਜਿਹੜੀ ਬੜੀ ਨੁਕਸਾਨਦਾਇਕ ਵੇਖਣ ਨੂੰ ਮਿਲੀ ਹੈ ਪਿਛਲੇ ਸਮੇਂ ਤੋਂ, ਅਕਸਰ ਵੇਖਿਆ ਜਾਂਦਾ ਹੈ ਕਿ ਇੱਕ ਓੰਕਾਰ ਦਾ ਜਿਹੜਾ ਰੂਪ ਹੈ ਹਾਂਜੀ, ਉਹਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਤੇ ਉਹਨੂੰ ਘੁਮਾ ਫਿਰਾ ਕੇ ਕੁਝ ਓਮ ਦੀ ਸ਼ਕਲ ਦਿੱਤੀ ਗਈ, ਕਿਤੇ ਜੀ, ਕਿਸੇ ਤਰ੍ਹਾਂ ਦੀ, ਜੀ, ਜੀ, ਪਤਾ ਨਹੀਂ ਉਹਦੇ ਪਿੱਛੇ ਕੌਣ ਲੋਕ ਨੇ। ਜੀ, ਪਰ ਇਸ ਬੀੜ ਦੇ ਬਾਰ-ਬਾਰ ਜਿਹੜਾ ਇੱਕ ਓੰਕਾਰ ਲਿਖਿਆ ਹੋਇਆ, ਜੀ, ਉਹ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲੇ ਰੂਪ ਦੇ ਨਾਲ ਮੇਲ ਨਹੀਂ ਖਾਂਦਾ। ਅੱਛਾ ਜੀ। ਕਿਉਂਕਿ ਬਾਕੀ ਬੀੜ ਜਿਹੜੀ ਆ ਇਹ ਉਹ ਇੱਕ ਉਹਨਾਂ ਨੇ ਸਿਧਾਂਤਕ ਮਸਲਾ ਸਕੈਨ ਹੈ ਨਾ, ਕਰਕੇ ਜੀ, ਤੇ ਵੱਡੀ ਐਨਲਾਰਜ ਕਰਕੇ ਬਣਾਈ ਹੈ, ਤੇ ਉਹ ਜਿਹੜਾ ਬਾਹਰਲਾ ਇੱਕ ਓੰਕਾਰ ਹੈ ਉਹ ਸ਼ਾਇਦ ਉਹਨਾਂ ਨੇ ਆਪਣੇ ਕੋਈ ਫੌਂਟ ਵਰਤ ਕੇ ਪ੍ਰਿੰਟ ਕੀਤਾ ਤੇ ਉਸ ਅੱਛਾ ਜੀ, ਫੌਂਟ ਦੇ ਵਿੱਚ ਇੱਥੋਂ ਤੱਕ ਵੀ ਉਹਨਾਂ ਧਿਆਨ ਨਹੀਂ ਰੱਖਿਆ ਕਿ ਇੱਕ ਓੰਕਾਰ ਦਾ ਰੂਪ ਕੀ ਹੈ, ਜੀ, ਉਹਨੂੰ ਵੀ ਵਿਗਾੜ ਕੇ ਉੱਪਰ ਲਿਖਿਆ ਗਿਆ। ਜੀ, ਜੀ। ਔਰ ਇਹ ਇੱਕ ਵੱਡਾ ਫੈਕਟ ਹੈਗਾ ਕਿ ਜਦੋਂ ਅੱਜ ਦੀ ਤਾਰੀਖ ਦੇ ਵਿੱਚ
ਜਦੋਂ ਕਿ ਪੰਥ ਦੇ ਵਿੱਚ, ਕੌਮ ਦੇ ਵਿੱਚ ਕਾਫੀ ਸਿਧਾਂਤਕ ਮਤਭੇਦ ਸ਼ੁਰੂ ਹੋ ਗਏ ਨੇ, ਔਰ ਕਈ ਐਸੇ ਬੇਸਿਕ ਸਿਧਾਂਤ ਨੇ ਕੌਮ ਦੇ ਜਿਨ੍ਹਾਂ ਤੇ ਪੰਥ ਦੇ ਵਿਚਲੇ ਕਈ ਪ੍ਰਚਾਰਕਾਂ ਵੱਲੋਂ ਸ਼ੱਕ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਕਿ ਇਹ ਸਿਧਾਂਤ ਇਸ ਚੀਜ਼ ਨਾਲ ਮੇਲ ਨਹੀਂ ਖਾਂਦਾ, ਥੋੜੀ ਜਿਹੀ ਪੰਥ 'ਚ ਪਾਟੋ ਤਾੜੇ ਇਸ ਮਾਮਲੇ 'ਚ। ਐਸੇ ਸਮੇਂ ਇਦਾਂ ਦੇ ਕੰਮ ਕਰਨੇ, ਨਿੱਜੀ ਫੈਸਲੇ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਨਾਂ ਦੀਆਂ ਬੀੜਾਂ ਤਿਆਰ ਕਰਨੀਆਂ ਇੱਕ ਵੱਡਾ ਮਸਲਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਨਵੇਂ ਮਤਭੇਦ ਨੂੰ ਜਨਮ ਦੇ ਸਕਦਾ ਹੈ। ਸਾਡੇ ਕੋਲ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਹਰਭਜਨ ਸਿੰਘ ਵਕਤਾ ਜੀ, ਜੋ ਕਿ ਸਿੱਖ ਮਸਲਿਆਂ ਤੇ ਬੜੀ ਬਰੀਕੀ ਨਾਲ ਨਜ਼ਰਸਾਨੀ ਕਰਨ ਵਾਲੀ ਸ਼ਖਸੀਅਤ ਹਨ, ਕਿ ਅਸੀਂ ਉਹਨਾਂ ਨਾਲ ਗੱਲ ਕਰੀਏ। ਮੇਰੇ ਖਿਆਲ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਥੋੜੀ ਉਹਨਾਂ ਦੇ ਨਾਲ ਗੱਲ ਕਰਕੇ ਜੋ ਕੁਐਸਚਨ ਹਨ ਉਹ ਪੁੱਟ ਕਰਦੇ ਹਾਂ ਕਿ ਇਸ ਸਮੇਂ ਜਦ ਕਿ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਮਤਭੇਦ ਬਹੁਤ ਪਾਏ ਜਾ ਰਹੇ ਨੇ, ਬਹੁਤ ਸਾਰੀਆਂ ਐਸੀਆਂ ਸਿਧਾਂਤਕ ਜੋ ਸਾਡੇ ਕੋਲ ਗ੍ਰੰਥ ਨੇ ਜਿਹੜੇ ਕਿ ਇਤਿਹਾਸਿਕ ਸਰੋਤ ਨੇ ਬਹੁਤ ਜ਼ਿਆਦਾ, ਜਿਨ੍ਹਾਂ ਨਾਲ ਸਾਡਾ ਇਤਿਹਾਸ ਸਾਰਾ ਪਿੱਛੋਂ ਜਸਟੀਫਾਈ ਹੁੰਦਾ ਹੈ, ਕਿ ਅਸੀਂ ਇੱਕ ਨਵਾਂ ਮਸਲਾ ਨਹੀਂ ਖੜਾ ਕਰਦੇ ਜਾ ਰਹੇ ਇਸ ਤਰ੍ਹਾਂ ਦੀਆਂ ਨਿੱਜੀ ਕਿਸਮ ਦੀ ਪਬਲਿਸਿਟੀ ਲੈਣ ਵਾਸਤੇ। ਸੋ ਵਕਤਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਸ਼ੋਅ ਦੇ ਵਿੱਚ। ਜੀ ਮਿਹਰਬਾਨੀ ਜੀ। ਔਰ ਤੁਸੀਂ ਇਸ ਮਸਲੇ ਬਾਰੇ ਅਸੀਂ ਚਰਚਾ ਕਰ ਰਹੇ ਹਾਂ, ਕੀ ਤੁਹਾਡੀ ਰਾਏ ਕੀ ਹੈ? ਤੁਸੀਂ ਕੀ ਖਿਆਲ ਰੱਖਦੇ ਹੋ ਇਹਦੇ ਬਾਰੇ? ਦੇਖੋ, ਤੁਸੀਂ ਜਿਹੜਾ ਅੱਜ ਦਾ ਵਿਸ਼ਾ ਲਿਆ ਵਾ ਜੀ, ਇਹ ਖਾਸ ਕਰਕੇ ਜਿਹੜੇ ਪੰਜਾਬ ਤੋਂ ਬਾਹਰ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿੰਦੇ ਸਿੱਖ ਨੇ, ਉਹਨਾਂ ਦੇ ਕੰਮਕਾਰ ਤੇ ਉਹਨਾਂ ਦੀ ਜਿਹੜੀ ਸਿੱਖੀ ਪ੍ਰਤੀ ਕਿਹੋ ਜਿਹੀ ਸੋਚ ਹੈ ਉਹਦੇ ਨਾਲ ਵੀ ਜੁੜਿਆ ਹੋਇਆ। ਮੈਂ ਇੱਥੇ ਸਭ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਹੂੰਗਾ, ਤੁਸੀਂ ਵੀ ਸਾਰੇ ਜਾਣਦੇ ਹੋ ਕਿ ਜਿਹੜਾ ਗ੍ਰੰਥ ਹੈ, ਕਿਸੇ ਵੀ ਧਰਮ ਲਈ ਗ੍ਰੰਥ ਜੀ ਸਭ ਤੋਂ ਅਹਿਮ ਮੰਨਿਆ ਜਾਂਦਾ ਜੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਦੇ ਬਹੁਤ ਹੀ ਸਤਿਕਾਰਤ ਜਿਹੜੇ ਧਰਮ ਗ੍ਰੰਥ ਮੰਨੇ ਜਾਂਦੇ ਨੇ, ਹੈਗੇ ਨੇ। ਜੀ ਜੀ। ਦੇਖੋ, ਜਿਹੜਾ ਗ੍ਰੰਥ ਹੈ ਇਹ ਬੜੇ ਅਹਿਮ ਪੜਾਵਾਂ ਚੋਂ ਲੰਘ ਕੇ ਇੱਥੋਂ ਤੱਕ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਹੁੰਚਦਾ। ਤੁਸੀਂ ਦੇਖੋ, ਜੇ ਇਤਿਹਾਸ ਨੂੰ ਦੇਖੀਏ ਤੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਜਦੋਂ ਮੁਗਲਾਂ ਵੱਲੋਂ ਸਾਡੇ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ, ਜਾਂ ਮਤਲਬ ਇੱਕ ਅਸੀਂ ਬੜੇ ਖਤਰਨਾਕ ਦੌਰ ਦੇ ਵਿੱਚੋਂ ਲੰਘਦੇ ਹਾਂ, ਤੇ ਉਦੋਂ ਸਾਡੇ ਤੇ ਇੱਕ ਪਾਬੰਦੀ ਇਹ ਵੀ ਲਗਾਈ ਜਾਂਦੀ ਹੈ ਕਿ ਅਸੀਂ ਇਸ ਗ੍ਰੰਥ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਬਾਅਦ ਚ ਅਸੀਂ ਸਿੱਖ ਕਹਿਣ ਲੱਗ ਪਏ ਹਾਂ, ਜਦੋਂ ਸਾਨੂੰ ਸਿੱਖਾਂ ਨੂੰ ਮਾਰਨ ਦਾ ਦੌਰ ਪੈਦਾ ਹੁੰਦਾ, ਉਦੋਂ ਮੁਗਲ ਜਦੋਂ ਇਹ ਗੱਲ ਕਹਿੰਦੇ ਨੇ ਕਿ ਇਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਵਾ ਇਹ ਇਹਨਾਂ ਨੂੰ ਸ਼ਕਤੀ ਦਿੰਦਾ, ਤੇ ਉਹਨਾਂ ਨੇ ਇੱਕ ਪਾਬੰਦੀ ਜਿਹੜੀ ਲਗਾਈ ਹੈ ਉਹ ਸੀਗੀ ਕਿ ਗ੍ਰੰਥ ਨਹੀਂ ਕਹਿਣਾ, ਤੁਸੀਂ ਪੋਥੀ ਕਹੋ। ਸ਼ਾਇਦ ਮੈਂ ਜੇ ਭੁੱਲਦਾ ਨਾ ਹੋਵਾਂ ਤੇ ਇਹ ਬਿਲਕੁਲ ਜੀ। ਇਸ ਤਰ੍ਹਾਂ ਦੀਆਂ ਚੀਜ਼ਾਂ ਹੋਰ ਵੀ ਇਦਾਂ ਦੀਆਂ ਕੁਝ ਹੋਰ ਪਾਬੰਦੀਆਂ ਲਗਾਈਆਂ ਜਾਂਦੀਆਂ। ਜਿਹੜਾ ਗੁਰ ਸ਼ਬਦ ਹੈ, ਜਿਹੜਾ ਸਾਡੇ ਗੁਰੂ ਦੇ ਰੂਪ ਚ ਵਰਤਿਆ ਜਾਂਦਾ, ਗੁਰੂ ਵਾਸਤੇ ਜਿਹੜਾ ਗੁਰ ਸ਼ਬਦ ਹੈ, ਉਹਦੇ ਤੋਂ ਡਰਦਿਆਂ, ਭੈ ਭੀਤ ਹੁੰਦਿਆਂ, ਉਹਨਾਂ ਨੇ ਇੱਕ ਪਾਬੰਦੀ ਇਹ ਵੀ ਲਗਾਈ ਕਿ ਤੁਸੀਂ ਗੁੜ ਨਹੀਂ ਕਹਿਣਾ, ਗੁੜ ਨੂੰ ਤੁਸੀਂ ਰੋੜੀ ਕਹਿਣਾ ਜਾਂ ਕੁਝ ਹੋਰ ਕਹਿਣਾ। ਏਦਾਂ ਇਹ ਪਾਬੰਦੀਆਂ, ਦੇਖੋ ਇਹ ਪਾਬੰਦੀਆਂ ਕੀ ਨੇ? ਇਹ ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਆਂ ਜਿਹੜੀਆਂ ਸ਼ਕਤੀਆਂ ਨੇ, ਗੁਰੂ ਸਾਹਿਬ ਦੀਆਂ ਸ਼ਕਤੀਆਂ ਦਾ ਮਤਲਬ ਜਿਹੜੀ ਉਹਨਾਂ ਦੀ ਆਭਾ, ਉਸ ਆਭਾ ਤੋਂ ਡਰਦਿਆਂ, ਉਸ ਗੁਰੂ ਦੀ ਮਹੱਤਤਾ ਤੋਂ ਡਰਦਿਆਂ, ਜਿੱਥੋਂ ਸਿੱਖ ਸ਼ਕਤੀ ਲੈਂਦੇ ਸੀਗੇ, ਉਹਦੇ ਤੋਂ ਡਰਦਿਆਂ ਇਹ ਸਾਡੇ ਤੇ ਪਾਬੰਦੀਆਂ ਆਇਦ ਕੀਤੀਆਂ ਨੇ। ਇਹ ਬਹੁਤ ਵੱਡਾ ਸਵਾਲ ਹੈ ਕਿ ਸਾਡੇ ਲਈ ਕਿੰਨਾ ਅਹਿਮ ਹੈ ਗ੍ਰੰਥ, ਸਾਡੇ ਲਈ ਕਿੰਨਾ ਅਹਿਮ ਹੈ ਜਿਹੜਾ ਗੁਰੂ। ਇਹ ਦੋਨੋਂ ਚੀਜ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੋਨੋਂ ਸਿਧਾਂਤ ਸਾਨੂੰ ਜਿਹੜੇ ਉਹ ਮਿਲਦੇ ਨੇ। ਇੱਕ ਗੁਰੂ ਦਾ ਸਿਧਾਂਤ ਤੇ ਦੂਸਰਾ ਜਿਹੜਾ ਸ਼ਬਦ ਦਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਦਾ ਸਿਧਾਂਤ। ਇਹਨਾਂ ਦੋਨਾਂ ਸਿਧਾਂਤਾਂ ਦਾ ਸਿੱਧਾ ਸੰਬੰਧ ਇਸ ਗੱਲ ਨਾਲ ਜੁੜਦਾ ਹੈ ਕਿ ਕੀ ਜਦੋਂ ਅਸੀਂ ਕੋਈ ਵੀ ਇਹੋ ਜਿਹਾ ਕੰਮ ਕਰ ਦਿੰਦੇ ਹਾਂ ਜਿਹਦੇ ਨਾਲ ਸਾਡੇ ਵੱਡੇ ਸਿਧਾਂਤ ਜਿਹੜੇ ਆ ਪੰਥ ਦੇ, ਕੌਮ ਦੇ ਜਿਹੜੇ ਵੱਡੇ ਸਿਧਾਂਤ ਥੰਮ ਨੇ, ਜਿਹੜੇ ਉਹਨਾਂ ਨੂੰ ਕਿਤੇ ਚੁਣੌਤੀ ਨਹੀਂ ਕੋਈ ਮਿਲ ਰਹੀ। ਇਹ ਸਵਾਲ ਬਹੁਤ ਅਹਿਮ ਹੈ ਜਿਹੜਾ ਮਸਲਾ ਤੁਸੀਂ ਉਠਾ ਰਹੇ ਹੋ। ਮੈਂ ਇਹ ਗੱਲ ਮਹਿਸੂਸ ਕਰਦਾ ਕਿ ਜਿਹੜੀ ਵੀ ਤੁਸੀਂ ਮਲੇਸ਼ੀਆ ਦੇ ਗੁਰੂ ਗ੍ਰੰਥ ਸਾਹਿਬ ਜਿਹੜਾ ਵੱਡੇ ਸਰੂਪ ਦੇ ਵਿੱਚ ਤਿਆਰ ਕੀਤਾ, ਉਹਦੀ ਗੱਲ ਕਰ ਰਹੇ ਹੋ,
ਇਸ ਮਾਮਲੇ ਦੇ ਵਿੱਚ ਜਿੰਨਾ ਕੁ ਮੈਨੂੰ ਗਿਆਨ ਹੈ ਜਾਂ ਜੋ ਸਾਰੀ ਕੌਮ ਵੀ ਜਾਣਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਸੱਦਾ, ਯਾਨੀ ਕਿ ਜਿਹੜਾ ਹੁਕਮ ਕੀਤਾ, ਆਦੇਸ਼ ਕੀਤਾ ਕਿ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ। ਸਵਾਲ ਇਹ ਨਹੀਂ ਹੈ, ਸਵਾਲ ਇਸ ਤੋਂ ਵੀ ਅਗਲਾ ਹੈ ਕਿ ਕੀ ਅਸੀਂ ਵਿਸ਼ਵ ਭਰ ਦੇ ਵਿੱਚ ਵਸਦੇ ਲੋਕਾਂ ਨੇ ਕੋਈ ਅਜਿਹਾ ਕੰਮ ਕਰਨਾ ਹੈ ਕਿ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਸਵਾਲਾਂ ਦੇ ਰੂਬਰੂ ਹੋਣਾ ਪਏ। ਇਹ ਇੱਕ ਵੱਡਾ ਮਸਲਾ ਹੈ। ਅੱਜ ਕੌਮ ਦੇ ਅੰਦਰ ਇੱਕ ਨਹੀਂ ਬਹੁਤ ਸਾਰੇ ਮਸਲੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਵਿਵਾਦ ਹੈ, ਜਿਨ੍ਹਾਂ ਨੂੰ ਅਸੀਂ ਨਜਿੱਠਣ ਲਈ ਅਜੇ ਤੱਕ ਪੂਰਾ ਤਾਣ ਲਾ ਰਹੇ ਹਾਂ, ਜ਼ੋਰ ਲਾ ਰਹੇ ਹਾਂ, ਪਰ ਉਹ ਅੱਜ ਵੀ ਮੂੰਹ ਅੱਡੀ ਖੜੇ ਨੇ, ਉਹ ਮਸਲੇ ਹੱਲ ਨਹੀਂ ਹੋ ਸਕੇ। ਤੇ ਜਦੋਂ ਅਸੀਂ ਇਹੋ ਜਿਹੇ ਕੰਮ ਫਿਰ ਅਸੀਂ ਲੋਕ ਕਰਾਂਗੇ, ਸਾਡੇ ਇਹੋ ਜਿਹੇ ਫਿਰ ਜਿਹੜੇ ਸਵਾਲ ਪੈਦਾ ਕਰਨ ਵਾਲੇ ਜਾਂ ਮਸਲੇ ਪੈਦਾ ਕਰਨ ਵਾਲੇ ਕੰਮ ਹੋਣਗੇ, ਤੇ ਕੁਦਰਤੀ ਹੈ ਕਿ ਉਹਦਾ ਕੌਮ ਦਾ ਉਹਦੇ ਨਾਲ ਕੋਈ ਭਲਾ ਨਹੀਂ ਹੋਣ ਵਾਲਾ। ਦੇਖੋ, ਮੈਂ ਕਹੂੰਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਸਾਡੇ ਲਈ ਸਤਿਕਾਰਯੋਗ ਨੇ, ਤੇ ਹੋ ਸਕਦਾ ਉਹਨਾਂ ਨੇ ਸਤਿਕਾਰ ਦੀ ਭਾਵਨਾ ਨਾਲ ਹੀ ਇਹ ਕੰਮ ਕੀਤਾ, ਜਿੱਥੋਂ ਤੱਕ ਮੇਰਾ ਖਿਆਲ ਹੈ। ਜਾਂ ਜਿਹੜੀ ਮੈਂ ਗੱਲ ਸੁਣ ਰਿਹਾ ਸੀ, ਸੁਖਦੇਵ ਸਿੰਘ ਨਾਲ ਗੱਲ ਕੀਤੀ ਕਿ ਕੋਈ ਆਪਣੇ ਆਪ ਨੂੰ, ਤੁਸੀਂ ਭੂਮਿਕਾ ਆਪਣੀ ਚ ਵੀ ਇਹ ਗੱਲ ਕਹੀ ਜਾਦਵਿੰਦਰ ਹੋਣੀ ਜੀ ਤੁਸੀਂ, ਕਿ ਇਹ ਆਪਣੇ ਆਪ ਨੂੰ ਚਰਚਾ ਚ ਲਿਆਉਣ ਲਈ ਕਿ ਕੋਈ ਏਦਾਂ ਦਾ ਕੰਮ ਕਰ ਦੋ ਜਿਹਦੇ ਨਾਲ ਅਸੀਂ ਪੂਰੇ ਵਿਸ਼ਵ ਦੇ ਸਿੱਖਾਂ ਲਈ ਜਿਹੜਾ ਉਹ ਖਿੱਚ ਦਾ ਕੇਂਦਰ ਬਣਦੀ ਹੈ। ਜੇ ਅਸੀਂ ਖਿੱਚ ਦਾ ਕੇਂਦਰ ਕੋਈ ਇਹੋ ਜਿਹਾ ਕੰਮ ਕਰਕੇ ਬਣਨਾ ਜਿਹਦੇ ਨਾਲ ਪੰਥ ਨੂੰ ਨੁਕਸਾਨ ਹੁੰਦਾ, ਤੇ ਹਰ ਚੀਜ਼ ਇਹ ਗਲਤ ਗੱਲ ਹੈ, ਇਹ ਨਹੀਂ ਕਰਨਾ ਚਾਹੀਦਾ। ਮੇਰੇ ਖਿਆਲ ਨਾਲ ਇਹ ਕੰਮ ਵੀ ਉਹਨਾਂ ਕੋਲੋਂ ਏਦਾਂ ਦਾ ਹੋ ਗਿਆ ਕਿ ਜਿਹਦੇ ਨਾਲ ਸਾਡੀ ਕੌਮ ਨੂੰ ਸਵਾਲਾਂ ਦੇ ਰੂਬਰੂ ਹੋਣਾ ਪਏਗਾ। ਜੀ ਜੀ ਬਿਲਕੁਲ ਜੀ, ਕਿਉਂਕਿ ਅਸੀਂ ਗੁਰੂ ਮਹਾਰਾਜ ਦੇ ਸਰੂਪ ਨੂੰ ਐਜ਼ ਅ ਡਿਵਾਈਸ ਯੂਜ਼ ਨਹੀਂ ਕਰ ਸਕਦੇ, ਜਿਹੜੀ ਕਿ ਕੋਸ਼ਿਸ਼ ਕੀਤੀ ਗਈ ਹੈ। ਇਹ ਅਸੀਂ ਸਿੱਧੇ ਜਿਹੇ ਲਫ਼ਜ਼ਾਂ 'ਚ ਬੋਲੀਏ ਕਿ ਇੱਕ ਡਿਵਾਈਸ ਵਜੋਂ, ਕਿ ਇੰਨਾ ਵੱਡਾ ਸਰੂਪ ਜਿਹਨੂੰ ਦੇਖਣ ਵਾਸਤੇ ਇੱਕ ਪੁਰਾਤਨ ਸਮਾਂ ਸੀ, ਉਦੋਂ ਮਹਾਰਾਜ ਦੇ ਵੱਡੇ ਸਰੂਪ ਤਿਆਰ ਕਰਨੇ ਪੈਂਦੇ ਸਨ, ਮਜਬੂਰੀਆਂ ਸਨ, ਉਦੋਂ ਦੇ ਸਾਧਨ ਇਸ ਤਰ੍ਹਾਂ ਦੇ ਸਨ ਕਿ, ਔਰ ਹੱਥ ਲਿਖਤ ਹੁੰਦੇ ਸੀ ਉਦੋਂ। ਅੱਜ ਦੀ ਤਰੀਕ ਵਿੱਚ ਵੀ ਕਈ ਜਗ੍ਹਾ ਤੇ ਜੋ ਗੁਰੂ ਮਹਾਰਾਜ ਦੇ ਹੱਥ ਲਿਖਤ ਸਰੂਪ ਕੀਤੀ ਜਾਂਦੀ ਹੈ ਕੋਸ਼ਿਸ਼, ਲੰਬਾ ਸਮਾਂ ਲਾ ਕੇ। ਸੋ ਅਸੀਂ, ਮੇਰਾ ਖਿਆਲ ਸਾਨੂੰ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਕਿ ਅੱਜ ਸਾਨੂੰ ਉਹਨਾਂ ਚੀਜ਼ਾਂ ਤੇ ਮਿਹਨਤ ਕਰਨ ਦੀ ਲੋੜ ਨਹੀਂ ਜਿਨ੍ਹਾਂ ਤੇ ਮਿਹਨਤ ਕਰਨੀ ਪੈਂਦੀ ਸੀ ਕਿਸੇ ਟਾਈਮ, ਹੁਣ ਕੋਈ ਆਪਸ਼ਨ ਨਹੀਂ ਸੀ ਹੈਗਾ। ਅੱਜ ਤਾਂ ਸਾਨੂੰ ਲੋੜ ਨਹੀਂ ਕਿ ਅਸੀਂ ਹੱਥ ਨਾਲ ਮਹਾਰਾਜ ਦਾ ਸਰੂਪ ਲਿਖੀਏ, ਔਰ ਜੇ ਅਸੀਂ ਹੱਥ ਨਾਲ ਮਹਾਰਾਜ ਦਾ ਸਰੂਪ ਲਿਖਾਂਗੇ, ਇੱਕ ਪਰਟੀਕੁਲਰ ਪਰਸਨ ਉਹਦਾ ਉਹ ਕੰਮ ਕਰ ਰਿਹਾ ਜਾਂ ਦੋ ਜਣੇ ਕਰ ਰਹੇ ਨੇ, ਤਾਂ ਹੋ ਸਕਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਕੁਤਾਹੀ, ਕੁਛ ਨਾ ਕੁਛ ਇਸ ਤਰ੍ਹਾਂ ਦੀ ਚੀਜ਼ ਰਹਿ ਜਾਵੇ, ਔਰ ਫਿਰ ਉਸ ਨੂੰ ਤਸਦੀਕ ਕੌਣ ਕਰੇਗਾ। ਸੋ ਮੇਰਾ ਖਿਆਲ ਹੈ ਕਿ ਕੀ ਤੁਸੀਂ ਦੱਸ ਸਕਦੇ ਹੋ ਕਿ ਸਾਡੀ ਕੋਈ ਇੱਦਾਂ ਦੀ ਸੰਸਥਾ ਜਾਂ ਇੱਦਾਂ ਦੀਆਂ ਕੁਛ ਹੈ ਨੇ ਕਾਇਦੇ, ਕਾਨੂੰਨ, ਐਥਿਕਸ, ਨੈਤਿਕਤਾ, ਲੀਗਲੀ ਕੌਮ ਵੱਲੋਂ ਇਸ ਤਰ੍ਹਾਂ ਦੀ ਕੋਈ ਨਿਸ਼ਾਨਦੇਹੀ ਕੀਤੀ ਗਈ ਹੋਵੇ ਕਿ ਇਹ ਕੰਮ ਹਰ ਇੱਕ ਨੂੰ ਨਿੱਜੀ ਤੌਰ ਤੇ ਨਹੀਂ ਕਰਨਾ ਚਾਹੀਦਾ, ਚਾਹੇ ਉਹ ਕਮੇਟੀ ਹੋਵੇ। ਕਮੇਟੀ ਨੂੰ ਵੀ ਅਸੀਂ ਇੱਕ ਨਿੱਜੀ ਬੋਡੀ ਮੰਨ ਸਕਦੇ ਹਾਂ, ਪੰਥਕ ਧਿਰਾਂ ਦੀ, ਪੰਥਕ ਸਰੋਕਾਰਾਂ ਦੀ ਤਰਜਮਾਨੀ ਨਹੀਂ ਕਰ ਸਕਦੀ ਕੋਈ ਕਮੇਟੀ ਇਸ ਤਰ੍ਹਾਂ ਏਡਾ ਵੱਡਾ ਫੈਸਲਾ ਲੈ ਕੇ। ਕੀ ਖਿਆਲ ਤੁਹਾਡਾ ਇਹਦੇ ਬਾਰੇ? ਬਿਲਕੁਲ, ਦੇਖੋ ਸਵਾਲ ਤੁਸੀਂ ਬਹੁਤ ਜਿਹੜਾ ਵਧੀਆ ਤੇ ਢੁਕਵਾਂ ਇਹ ਪੁੱਛਿਆ, ਜਾਂ ਚਰਚਾ ਦੇ ਵਿੱਚ ਇਹ ਗੱਲ ਆਉਣੀ ਚਾਹੀਦੀ ਸੀ, ਮੈਂ ਮਹਿਸੂਸ ਕਰਦਾ। ਜੇਕਰ ਇਤਿਹਾਸ ਨੂੰ ਮੈਂ ਪਹਿਲਾਂ ਗੱਲ ਕੀਤੀ, ਇਤਿਹਾਸ ਦਾ ਅਸੀਂ ਜਦੋਂ ਅਸੀਂ ਵਰਕੇ ਟੋਲਦੇ ਹਾਂ ਤੇ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਭਾਈ ਮਨੀ ਸਿੰਘ ਜੀ ਜਾਂ 10ਵੇਂ ਪਾਤਸ਼ਾਹ ਜੀ ਦੇ ਸਮੇਂ 'ਚ, ਫਿਰ ਬਾਬਾ ਦੀਪ ਸਿੰਘ, ਉਸ ਤੋਂ ਬਾਅਦ ਜਦੋਂ ਵਿਖੜੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸਿੱਖਾਂ ਵੱਲੋਂ ਜਿਹੜਾ ਹੱਥ ਲਿਖਤ ਸਰੂਪਾਂ ਦੀ ਲੜੀ ਜਿਹੜੀ ਆ ਉਹ ਜਾਰੀ ਰਹੀ ਹੈ ਜਾਂ ਲਿਖੇ ਜਾਂਦੇ ਰਹੇ। ਜੀ ਸਵਾਲ ਪੈਦਾ ਹੁੰਦਾ ਹੈ ਕਿ ਕੀ ਅੱਜ ਉਸ ਗੱਲ ਦੀ ਲੋੜ ਹੈ? ਵੇਖੋ, ਉਸ ਸਮੇਂ ਸੁਖਦੇਵ ਸਿੰਘ ਹੋਣਾ ਬੜੀ ਵਧੀਆ ਗੱਲ ਕੀਤੀ ਸੀ ਕਿ ਉਦੋਂ ਛਾਪੇ ਖਾਨੇ ਜਿਹੜੇ ਆ ਉਹਦੀ ਸਮੱਸਿਆ ਹੋਣ ਕਰਕੇ ਇਹ ਸੇਵਾ ਕੀਤੀ ਜਾਂਦੀ ਰਹੀ ਹੈ ਸ਼ਰਧਾਵਾਨ ਸਿੱਖਾਂ ਵੱਲੋਂ। ਮੈਂ ਇਹ ਵੀ ਕਹਾਂ ਕਿ ਅੱਜ ਵੀ ਕਦੀ ਇਹੋ ਜਿਹੇ ਸਰੂਪ ਸਾਨੂੰ ਮਿਲ ਜਾਂਦੇ ਨੇ। ਹੱਥ ਲਿਖਤ ਸਰੂਪਾਂ ਦੀ ਗੱਲ ਕਰੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਜਿਹੜਾ ਆਪਣਾ ਆਟਾ ਮੰਡੀ ਬਾਈ ਵਾਲੇ ਪਾਸੇ ਸਾਡੇ ਕੋਲ ਸਿੱਖ ਰੈਫਰੈਂਸ ਲਾਇਬ੍ਰੇਰੀ ਮੌਜੂਦ ਹੈ, ਜਿਹੜੀ 1984 ਦੇ ਵਿੱਚ ਭਾਰਤ ਦੀ ਸਮੇਂ ਦੀ ਭਾਰਤ ਸਰਕਾਰ ਜਿਹੜੀ ਸੀਗੀ ਉਹਨੇ ਹਮਲਾ ਕਰਕੇ ਤੇ ਉਹਨੂੰ ਤਬਾਹ ਵੀ ਕੀਤਾ ਸੀ, ਅੱਗ ਲਾਤੀ ਸੀ, ਸਮਾਨ ਲੁੱਟ ਕੇ ਲੈ ਗਏ ਸੀ। ਉੱਥੇ ਪਹਿਲਾਂ ਵੀ ਹੱਥ ਲਿਖਤ ਸਰੂਪ ਮੌਜੂਦ ਹੁੰਦੇ ਸਨ, ਤੇ ਅੱਜ ਵੀ ਉੱਥੇ 500 ਤੋਂ ਵੱਧ ਹੱਥ ਲਿਖਤ ਸਰੂਪ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਦਸਮ ਗ੍ਰੰਥ ਦੇ ਜਾਂ ਹੋਰ ਗ੍ਰੰਥਾਂ ਦੇ ਮੌਜੂਦ ਨੇ। ਇਹਦਾ ਮਤਲਬ ਇਹ ਹੈ ਕਿ ਵੱਡੀ ਪੱਧਰ ਤੇ ਇਹ ਜਿਹੜੇ ਗ੍ਰੰਥ ਨੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਇਹ ਲਿਖੇ ਜਾਂਦੇ ਰਹੇ ਆ। ਫਿਰ ਉਸ ਤੋਂ ਬਾਅਦ ਇਹ ਅੱਜ ਵੀ ਕਦੀ ਕਿਤੇ ਇਹੋ ਜਿਹੇ ਸਰੂਪ ਹੱਥ ਲਿਖਤ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ, ਪਰ ਉਹਦੇ ਵਾਸਤੇ ਸ਼ਰਧਾ ਨਾਲ ਜਿਹੜੇ ਸਿੱਖ ਨੇ ਉਹ ਚੜਾ ਜਾਂਦੇ ਨੇ, ਉਹਨਾਂ ਨੂੰ ਵਾਚਿਆ ਵੀ ਜਾਂਦਾ ਵਾ, ਉੱਥੇ ਦੇਖਿਆ ਜਾਂਦਾ, ਜਾਂ ਕਿਤੋਂ ਜਿੱਥੋਂ ਅਵੇਲੇਬਲ ਹੁੰਦੇ ਲੱਭਦੇ ਨੇ ਉਹ ਅੱਜ ਵੀ ਉੱਥੇ ਪੁੱਜਦੇ ਰਹਿੰਦੇ ਆ।
ਮਸਲਾ ਇਹ ਹੈ ਕਿ ਕੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਹੱਥ ਨਾਲ ਲਿਖਣ ਦੀ ਲੋੜ ਹੈ? ਇਹ ਇੱਕ ਵੱਡਾ ਸਵਾਲ ਹੈ ਜਿਹੜਾ ਪਹਿਲਾਂ ਤੁਸੀਂ ਕਰ ਚੁੱਕੇ ਹੋ। ਰਹੀ ਗੱਲ ਜਿਹੜੀ ਇਹਦੇ ਪ੍ਰਕਾਸ਼ਨਾਂ ਦੇ ਅਧਿਕਾਰਾਂ ਦੀ ਗੱਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਬਹੁਤ ਵੱਡਾ ਪ੍ਰਕਾਸ਼ਨ ਘਰ ਜਿਹੜਾ ਗੁਰਦੁਆਰਾ ਰਾਮਸਰ ਸਾਹਿਬ ਹੈ ਉੱਥੇ ਮੌਜੂਦ ਹੈ। ਇਤਿਹਾਸ ਅਨੁਸਾਰ ਗੁਰਦੁਆਰਾ ਰਾਮਸਰ ਸਾਹਿਬ ਉਹ ਸਥਾਨ ਹੈ ਜਿੱਥੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਗੁਰਦਾਸ ਸਾਹਿਬ ਪਾਸੋਂ, ਆਦਿ ਗ੍ਰੰਥ ਸਾਹਿਬ ਜਿਹਨਾਂ ਨੂੰ ਕਿਹਾ ਜਾਂਦਾ, ਉਹਦਾ ਸਰੂਪ ਭਾਈ ਗੁਰਦਾਸ ਪਾਸੋਂ ਲਿਖਵਾਇਆ ਸੀ। ਉਹ ਜਿਹੜਾ ਸਰੂਪ ਸੀ, ਉਸ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਹੋ ਗਿਆ ਤੇ ਉੱਥੋਂ ਰਾਮਸਰ ਵਾਲੇ ਅਸਥਾਨ ਤੋਂ, ਗੁਰਦੁਆਰਾ ਰਾਮਸਰ ਸਾਹਿਬ ਵਾਲੇ ਥਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਬੜੇ ਜਾਹੋ ਜਲਾਲ ਨਾਲ ਇੱਕ ਨਗਰ ਕੀਰਤਨ ਦੇ ਰੂਪ ਚ ਖੜਿਆ ਗਿਆ। ਜਦੋਂ ਉੱਥੇ ਪ੍ਰਕਾਸ਼ ਕੀਤਾ ਗਿਆ ਤੇ ਪ੍ਰਕਾਸ਼ ਕਰਨ ਤੋਂ ਬਾਅਦ ਰਾਤ ਨੂੰ ਸੁਖਾਸਨ ਸਮੇਂ ਗੁਰੂ ਸਾਹਿਬ ਆਪ ਥੱਲੇ ਫਰਸ਼ ਤੇ ਜ਼ਮੀਨ ਤੇ ਲੇਟਦੇ ਨੇ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਸੀ ਜਿਹਨੂੰ ਉੱਥੇ ਪ੍ਰਕਾਸ਼ਮਾਨ ਕੀਤਾ ਸੀ, ਉਹਨਾਂ ਨੂੰ ਪਲੰਘ ਦੇ ਉੱਪਰ ਜਿਹੜਾ ਉਹ ਸੁਖਾਸਨ ਕਰਦੇ ਨੇ, ਉਹਨਾਂ ਦਾ ਸਥਾਨ ਪਲੰਘ ਤੇ ਜਿਹੜਾ ਉਹ ਬਣਾਉਂਦੇ ਨੇ। ਇੱਕ ਬਹੁਤ ਵੱਡਾ ਸਾਡੇ ਲਈ ਇੱਕ ਪ੍ਰੇਰਨਾ ਤੇ ਇੱਕ ਗਾਈਡਲਾਈਨਸ ਨੇ ਕਿ ਅਸੀਂ ਗੁਰਬਾਣੀ ਦਾ ਜਾਂ ਗੁਰੂ ਸਾਹਿਬ ਦਾ ਗ੍ਰੰਥ ਦਾ ਅਸੀਂ ਸਤਿਕਾਰ ਕਿੱਦਾਂ ਕਰਨਾ। ਇਸ ਮਹਾਨ ਜਿਹੜਾ ਗ੍ਰੰਥ ਹੈ ਇਹਦਾ ਸਤਿਕਾਰ, ਗੁਰੂ ਗ੍ਰੰਥ ਦਾ ਸਤਿਕਾਰ ਅਸੀਂ ਕਿੱਦਾਂ ਕਰਨਾ, ਇਹ ਸਾਨੂੰ ਇੱਕ ਉੱਥੋਂ ਜਿਹੜੀ ਇਹ ਲਾਈਨ ਮਿਲਦੀ ਆ। ਤੇ ਦੇਖੋ ਉਸ ਤੋਂ ਬਾਅਦ ਮੈਂ ਗੱਲ ਕਰ ਰਿਹਾ ਸੀ, ਉਸ ਤੋਂ ਬਾਅਦ ਬਹੁਤ ਸਾਰੇ ਪ੍ਰਾਈਵੇਟ ਪ੍ਰਕਾਸ਼ਨ ਘਰ ਜਿਹੜੇ ਨੇ ਉਹ ਕੰਮ ਕਰਦੇ ਵੀ ਰਹੇ ਨੇ, ਜਿਨ੍ਹਾਂ ਵਿੱਚੋਂ ਤੁਸੀਂ ਸਮਝ ਸਕਦੇ ਹੋ ਕਿ ਕੁਝ ਪ੍ਰਕਾਸ਼ਨ ਘਰ ਜਿਹੜੇ ਆ ਉਹਨਾਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਆਈਆਂ, ਉਹਨਾਂ ਸ਼ਿਕਾਇਤਾਂ ਤੋਂ ਬਾਅਦ ਉਹਨਾਂ ਨੂੰ ਰੋਕ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਮਤਾ ਕਰਦੀ ਹੈ, ਅਕਾਲ ਤਖਤ ਸਾਹਿਬ ਤੋਂ ਵੀ ਉਹਦੇ ਬਾਰੇ ਕਿਹਾ ਜਾਂਦਾ, ਫਿਰ ਸਰਕਾਰ ਵੀ ਇਹੋ ਜਿਹੀ ਜਿਹੜੀ ਆ ਕੋਈ ਗੱਲ ਤੁਸੀਂ ਸਮਝਦੇ ਹੋ ਕਿ ਬੀਤੇ ਸਮੇਂ 'ਚ ਗੱਲ ਸਾਹਮਣੇ ਆਉਂਦੀ, ਸਰਕਾਰ ਨੇ ਵੀ ਇਹਦੇ ਤੇ ਫੈਸਲੇ ਲਏ ਕਿ ਇਹ ਕੋਈ ਛੋਟਾ ਕੰਮ ਨਹੀਂ ਹੈ, ਇਹ ਬਹੁਤ ਸੰਜੀਦਾ ਕੰਮ ਹੈ। ਇਹਦੇ ਤੇ ਬੜਾ ਡੂੰਘਾ ਤੇ ਬੜਾ ਸ਼ਰਧਾ ਸਤਿਕਾਰ ਨਾਲ ਸੰਗਤਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਸਲਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਪ੍ਰਕਾਸ਼ਨਾ ਕਰਦੀ ਹੈ। ਉੱਥੋਂ ਦੇ ਪ੍ਰਕਾਸ਼ਨ ਘਰ ਦੀ ਜੇ ਮੈਂ ਗੱਲ ਕਰਾਂ ਤੇ ਤੁਸੀਂ ਮੇਰੇ ਖਿਆਲ ਨਾਲ ਖੁਦ ਦੇਖਿਆ, ਕਿਉਂਕਿ ਹਰ ਸਿੱਖ ਜਿਹੜਾ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜਾਂਦਾ ਹੈ ਉਹਨੂੰ ਪਤਾ ਕਿ ਉੱਥੇ ਇੱਕ ਪ੍ਰੋਪਰ ਤਿਆਰੀ ਨਾਲ ਸਾਰਾ ਕੁਝ ਕੀਤਾ ਜਾਂਦਾ। ਉਸ ਤਿਆਰੀ ਦੇ ਵਿੱਚ ਪ੍ਰੈਸਾਂ ਦੇ ਵਿੱਚ ਪ੍ਰੋਪਰ ਸਟਾਫ, ਚੰਗੀਆਂ ਤਨਖਾਹਾਂ, ਵੱਡੀਆਂ ਤਨਖਾਹਾਂ ਤੇ ਰੱਖਿਆ ਜਾਂਦਾ ਤੇ ਉਹਨਾਂ ਨੂੰ ਉਹਨਾਂ ਹਦਾਇਤਾਂ ਦਾ ਪਾਲਣ ਕਰਨਾ ਪੈਂਦਾ ਛਪਾਈ ਸਮੇਂ। ਫਿਰ ਉਹਦੀ ਬਾਈਂਡਿੰਗ ਜਿਹੜੀ ਹੈ, ਜਦੋਂ ਅਸੀਂ ਉਹਨੂੰ ਜਿਲਦਬੰਦੀ ਕਹਿੰਦੇ ਆ, ਜਿਲਦਬੰਦੀ ਸਮੇਂ ਵੀ ਬਹੁਤ ਸਤਿਕਾਰ ਤੇ ਸ਼ਰਧਾ ਦਾ ਧਿਆਨ ਰੱਖਿਆ ਜਾਂਦਾ। ਦੇਖੋ ਉਹ ਸਾਰਾ ਜਿਹੜਾ ਕਾਰਜ ਉੱਥੇ ਜਦੋਂ ਅੱਜ ਚੱਲ ਰਿਹਾ ਤੇ ਦੇਸ਼ ਦੁਨੀਆ ਦੇ ਵਿੱਚ ਸੰਗਤਾਂ ਨੂੰ ਇਹ ਜਿਹੜਾ ਪਹੁੰਚਾਉਣ ਦਾ ਕਾਰਜ ਆ, ਭੇਜਣ ਦਾ ਕਾਰਜ ਆ, ਸਤਿਕਾਰ ਕੀਤਾ ਜਾਂਦਾ। ਜੇ ਅੱਜ ਕਿਤੇ ਆਪਾਂ ਲੈ ਕੇ ਵੀ ਜਾਂਦੇ ਆ ਤੇ ਤੁਹਾਨੂੰ ਪਤਾ ਕਿ ਪੰਜ ਪਿਆਰੇ ਸਾਹਿਬਾਨ, ਗ੍ਰੰਥੀ ਸਾਹਿਬਾਨ ਸਤਿਕਾਰ ਨਾਲ, ਅਦਬ ਨਾਲ ਲੈ ਕੇ ਜਾਂਦੇ ਆ। ਇਹ ਜਿਹੜਾ ਕਾਰਜ ਜਦੋਂ ਇੱਕ ਵਿਧੀ ਵਿਧਾਨ ਰਾਹੀਂ ਚੱਲ ਰਿਹਾ ਤੇ ਉਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਜਦੋਂ ਪ੍ਰਾਈਵੇਟ ਪ੍ਰਕਾਸ਼ਕ ਜਿਹੜੇ ਨੇ ਉਹਨਾਂ ਵੱਲੋਂ ਗੁਟਕਾ ਸਾਹਿਬ ਛਾਪਣ ਦੀਆਂ ਜਾਂ ਸਰੂਪ ਛਾਪਣ ਦੀਆਂ ਜਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀਆਂ ਨੇ, ਤੇ ਇਹਦਾ ਮਤਲਬ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਪਾਰ ਨਾਲ ਜੋੜਨ ਤੋਂ ਅੱਜ ਤੱਕ ਵੀ ਨਹੀਂ ਗੁਰੇਜ਼ ਕਰ ਰਹੇ। ਮਤਲਬ ਦੇਖੋ, ਇਹ ਪੰਥ ਨੂੰ ਵੀ ਮੇਰੀ ਬੇਨਤੀ ਵੀ ਆ, ਤੁਸੀਂ ਸਮਝ ਸਕਦੇ ਹੋ ਕਿ ਸਾਨੂੰ ਪੰਥ ਨੂੰ ਵੀ ਇੱਥੇ ਸਖਤ ਫੈਸਲੇ ਲੈਣੇ ਪੈਣਗੇ। ਮੇਰੇ ਖਿਆਲ ਨਾਲ ਗੁਰਬਾਣੀ ਦੇ ਗੁਟਕਾ ਸਾਹਿਬ ਛਾਪਣ ਦੀ ਵੀ ਜਿਹੜੀ ਆ ਉਹ ਕਿਸੇ ਨੂੰ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਬਹੁਤ ਵਾਰੀ ਵੇਖਣ 'ਚ ਕੀ ਆਉਂਦਾ, ਦੁਕਾਨਾਂ ਤੇ ਇੱਕ ਸਮਾਨ ਦੀ ਤਰ੍ਹਾਂ ਜਿਹੜੇ ਉਹ ਸਾਰਾ ਕੁਝ ਰੱਖਿਆ ਜਾਂਦਾ। ਸਾਡੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਉੱਥੇ ਕਦੀ ਜਾ ਕੇ ਦੇਖੋ, ਉਹਨਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਜਿਹੜੇ ਲਿਟਰੇਚਰ ਹਾਊਸ ਨੇ, ਉਹਨਾਂ ਦੇ ਵਿੱਚ ਪ੍ਰੋਪਰ ਜਿਹੜਾ ਸਮਾਨ ਗੁਰਦੁਆਰਾ ਸਾਹਿਬ ਦੀ ਆਭਾ ਨਾਲ ਜੁੜਦਾ ਜਾਂ ਸਿੱਖ ਸਰੋਕਾਰਾਂ ਨਾਲ ਜੁੜਦਾ ਜਾਂ ਸਾਡੀ ਸਿੱਖ ਮਾਨਸਿਕਤਾ ਨਾਲ ਜੁੜਦਾ ਉਹੀ ਰੱਖਿਆ ਜਾਂਦਾ ਜੀ। ਤੇ ਇਹ ਜਿਹੜੇ ਗੁਟਕਾ ਸਾਹਿਬ ਨੇ, ਇਹ ਬੜੇ ਸਤਿਕਾਰ ਸਹਿਤ ਉੱਥੇ ਜਿਹੜੇ ਆ ਉਹ ਵੱਖਰੇ ਖਾਨਿਆਂ 'ਚ ਉੱਤੇ ਪਲਕਾਂ ਤੇ ਰਮਾਲਾ ਪਾ ਕੇ ਰੱਖੇ ਜਾਂਦੇ ਆ। ਫਿਰ ਵੱਡੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਣ ਦਾ ਵੀ ਕਿਸੇ ਨੂੰ ਉੱਥੇ ਉਹਨਾਂ ਜਿਹੜੇ ਗੁਰਮਤਿ ਲਿਟਰੇਚਰ ਹਾਊਸ ਨੇ ਉਹਨਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਭਾਵੇਂ ਪ੍ਰਕਾਸ਼ਨਾ ਕੀਤੀ ਜਾਂਦੀ ਆ, ਪਰ ਉਹਨਾਂ ਦੇ ਵਿੱਚ ਰੱਖਣ ਦਾ ਵੀ ਕਿਸੇ ਨੂੰ ਅਧਿਕਾਰ ਨਹੀਂ ਹੈਗਾ। ਜੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਕਰਨਾ ਤੇ ਉਹ ਰਾਮਸਰ ਸਾਹਿਬ ਤੋਂ ਆ ਕੇ ਲੈ ਕੇ ਜਾਣਾ ਪਊਗਾ। ਉਹਦੇ ਵਾਸਤੇ ਵੀ ਕੁਝ ਬੰਦਿਸ਼ਾਂ ਨੇ, ਕੁਝ ਜਿਹੜੀਆਂ ਸਾਡੇ ਲਈ ਨਿਯਮ ਨੇ ਕਿ ਕਿੱਦਾਂ ਕਰਨਾ, ਕਿ ਉਹਦੇ ਲਈ ਕਿੱਥੋਂ ਕਿਹਦੇ ਕੋਲ ਸਿਫਾਰਿਸ਼ ਕਰਾਉਣੀ ਆ, ਜਾਂ ਕਿੰਨੇ ਪ੍ਰਚਾਰਕ ਨੇ ਜਾ ਕੇ ਉੱਥੇ ਦੇਖਣਾ ਕਿਤੇ ਲੋੜ ਹੈਗੀ ਆ, ਪਹਿਲਾਂ ਕਿੰਨੇ ਆ ਤੇ ਹੁਣ ਇਹਨਾਂ ਨੂੰ ਲੋੜ ਹੈ, ਕਿੰਨੇ ਜਮ੍ਹਾਂ ਕਰਾ ਰਿਹਾ। ਇਹ ਸਾਰੀ ਪ੍ਰਕਿਰਿਆ ਵਾ ਜਿਹੜੀ ਮੈਂ ਤੁਹਾਨੂੰ ਦੱਸਣ ਦਾ ਯਤਨ ਕਰ ਰਿਹਾ। ਤੁਸੀਂ ਗੱਲ ਕੀਤੀ ਸੀ ਕਿ ਪ੍ਰਕਾਸ਼ਨ ਹਾਊਸ
ਇਸ ਤੋਂ ਵੱਡਾ ਸਤਿਕਾਰ ਵਾਲਾ ਪ੍ਰਕਾਸ਼ਨ ਹਾਊਸ ਹੋ ਨਹੀਂ ਸਕਦਾ। ਸਿੱਖ ਕੌਮ ਕੋ ਮੌਜੂਦ ਹੈ, ਸਵਾਲ ਕਰਨ ਵਾਲੇ ਜਿੰਨੇ ਮਰਜ਼ੀ ਸਵਾਲ ਕਰ ਸਕਦੇ ਆ। ਮੈਂ ਕਿਸੇ ਇੱਕ ਪੱਖ ਤੋਂ ਗੱਲ ਨਹੀਂ ਕਰ ਰਿਹਾ, ਮੈਂ ਕੌਮੀ ਪੱਧਰ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਇੱਕ ਵੱਡੇ ਸਤਿਕਾਰ ਨਾਲ ਸਾਰਾ ਕਾਰਜ ਨੇਪਰੇ ਚੜ ਰਿਹਾ ਤੇ ਇਹ ਕੰਮ ਲਗਾਤਾਰ ਜਾਰੀ ਹੈ। ਜੀ ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ। ਤੁਸੀਂ ਮੈਂ ਇੱਕ ਗੱਲ ਮੈਂ ਜ਼ਰੂਰ ਮੈਂ ਕਹਿਣੀ ਚਾਹੂੰਗਾ ਜਾਂਦੇ ਕਿ ਸਿੱਖਾਂ ਨੂੰ ਤਰਕ ਗਿਆਨ ਤੇ ਜਿਹੜੀਆਂ ਸਾਡੀਆਂ ਖਾਸ ਰਵਾਇਤਾਂ ਨੇ, ਜਿਹੜੀਆਂ ਸਤਿਕਾਰਤ ਰਵਾਇਤਾਂ ਨੇ, ਉਹਨਾਂ ਨਾਲੋਂ ਤੋੜਨ ਤੇ ਹੋਰਨਾਂ ਪਾਸਿਆਂ ਵੱਲ ਧਿਆਨ ਲਗਾਉਣ ਦਾ ਅੱਜ ਜਿਹੜਾ ਇਹ ਚਲਨ ਪੈਦਾ ਹੋ ਗਿਆ, ਇਹ ਬਹੁਤ ਖਤਰਨਾਕ ਹੈ। ਮੈਂ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਮੈਂ ਇੱਕ ਅੱਜ ਫੇਸਬੁੱਕ ਤੇ ਸਾਡੇ ਸਾਬਕਾ ਸਕਾਲਰ ਨੇ ਸਿੱਖ ਕੌਮ ਦੇ ਪ੍ਰੋਫੈਸਰ ਕਿਰਪਾਲ ਸਿੰਘ, ਜਿਹੜੇ ਅੰਮ੍ਰਿਤਸਰ ਦੇ ਵਿੱਚ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਕੰਮ ਕਰਦੇ ਰਹੇ ਨੇ, ਤੁਸੀਂ ਜਾਣਦੇ ਹੋ ਉਹਨਾਂ ਨੂੰ, ਸੇਵਾ ਮੁਕਤ ਹੋਏ ਨੇ। ਉਹਨਾਂ ਇੱਕ ਬੜੀ ਸੋਹਣੀ ਗੱਲ ਅੱਜ ਆਪਣੇ ਫੇਸਬੁੱਕ ਦੇ ਉੱਤੇ ਪਾਈ ਹੈ, ਜੁੜਦੀ ਹੈ ਇਹਨਾਂ ਚੀਜ਼ਾਂ ਨਾਲ ਕਿ ਕਿਵੇਂ ਸਾਨੂੰ ਤਰਕ ਨੂੰ ਤੋੜਿਆ ਜਾ ਰਿਹਾ, ਕਿਵੇਂ ਸਾਨੂੰ ਗਿਆਨ ਨਾਲੋਂ ਤੋੜਿਆ ਜਾ ਰਿਹਾ, ਕਿਵੇਂ ਸਾਨੂੰ ਇਹੋ ਜਿਹੇ ਝਮੇਲਿਆਂ 'ਚ ਉਲਝਾਇਆ ਜਾ ਰਿਹਾ। ਉਹ ਲਿਖਦੇ ਨੇ ਕਿ ਗੁਰੂ ਸਾਹਿਬਾਨ 10 ਸਨ ਅਤੇ ਵਿਚਾਰਧਾਰਾ ਇੱਕ ਸੀ ਜੀ। ਹੁਣ ਉਸਨੂੰ ਕਈ ਤਰ੍ਹਾਂ ਦੀਆਂ ਸ਼ਿਖਾਵਾਂ 'ਚ ਬਦਲ ਦਿੱਤਾ ਗਿਆ। ਗੁਰੂ ਸਾਹਿਬਾਨ ਦੇ ਸੁਨਹਿਰੀ ਇਤਿਹਾਸ ਨੂੰ ਮਿਥਿਹਾਸ 'ਚ ਉੱਠ ਚੜਾ ਕੇ ਉਹਨਾਂ ਨੂੰ ਦੇਵੀ ਦੇਵਤਿਆਂ 'ਚ ਤਬਦੀਲ ਕਰਨ ਦਾ ਯਤਨ ਕੀਤਾ ਜਾ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਲੋਕਾਂ ਨੂੰ ਤਰਕ ਨਾਲ ਜੋੜਿਆ। ਅੱਜ ਦੇ ਸਿੱਖ ਉਸ ਤੋਂ ਮੁਨਕਰ ਹੋ ਰਹੇ ਨੇ, ਕੌਣ ਹੈ ਇਸ ਵਰਤਾਰੇ ਲਈ ਕਸੂਰਵਾਰ? ਉਹਨਾਂ ਇੱਕ ਸਵਾਲ ਪੈਦਾ ਕੀਤਾ। ਉਹ ਅੱਗੇ ਕਹਿੰਦੇ ਨੇ ਕਿ ਅੱਜ ਸਿੱਖ ਕੌਮ ਦੇ ਦਿਮਾਗ ਤੋਂ ਜੁਝਾਰੂ ਤੇ ਤਰਕ ਦੀ ਭਾਵਨਾ ਖਤਮ ਕਰਨ ਵਾਲੇ ਪਾਸੇ ਨੂੰ ਜ਼ੋਰ ਲਗਾਇਆ ਜਾ ਰਿਹਾ। ਸਾਰਾ ਤਾਣ ਅਸੀਂ ਲਗਾ ਰਹੇ ਹਾਂ। ਹਰ ਸਿੱਖ ਜਥੇਬੰਦੀ ਦੀ ਆਪਣੀ ਆਪਣੀ ਵੱਖਰੀ ਮਰਿਆਦਾ ਤੇ ਸੋਚ ਹੈ। ਅਖੌਤੀ ਸਿੱਖ ਵਿਦਵਾਨ ਇੱਕ ਦੂਸਰੇ ਨੂੰ ਝੂਠਾ ਸਾਬਤ ਕਰਨ 'ਚ ਲੱਗੇ ਨੇ ਤੇ ਸਿੱਖ ਧਾਰਮਿਕ ਜਥੇਬੰਦੀਆਂ ਆਪੋ ਆਪਣੇ ਹਿੱਤਾਂ ਖਾਤਰ ਸਿੱਖੀ ਦੀ ਮੂਲ ਵਿਚਾਰਧਾਰਾ ਤੋਂ ਉਲਟ ਕੰਮ ਕਰ ਰਹੀਆਂ ਨੇ। ਇਹ ਇੱਕ ਕੌੜਾ ਸੱਚ ਹੈ। ਕਿਰਪਾਲ ਸਿੰਘ ਉਹ ਲਿਖਦੇ ਨੇ, ਇਹ ਇੱਕ ਟਿੱਪਣੀ ਮੈਨੂੰ ਉਹਨੇ ਬਹੁਤ ਧਿਆਨ ਖਿੱਚਿਆ। ਇਹ ਸਾਰੇ ਵਰਤਾਰੇ ਤੇ ਜੋ ਤੁਸੀਂ ਜਿਹਦਾ ਜ਼ਿਕਰ ਕਰ ਰਹੇ ਜੀ, ਉੱਤੇ ਬੜੀ ਫਿੱਟ ਬੈਠਦੀ ਹੈ ਇਹ ਟਿੱਪਣੀ ਕਿ ਕਿਵੇਂ ਸਾਨੂੰ ਹੋਰਨਾਂ ਪਾਸਿਆਂ ਵਾਲੇ ਬੰਨੇ ਜਿਹੜਾ ਉਲਝਾਉਣ ਦਾ ਯਤਨ ਕੀਤਾ ਜਾ ਰਿਹਾ। ਜੀ ਖੈਰ, ਹਾਂਜੀ ਬਿਲਕੁਲ। ਜੇ ਤੁਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਤੇ ਇਹ ਚੀਜ਼ਾਂ ਸਾਹਮਣੇ ਆਉਣਗੀਆਂ, ਇਹ ਚੀਜ਼ਾਂ ਸਾਹਮਣੇ ਆਉਣੀਆਂ ਵੀ ਚਾਹੀਦੀਆਂ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ, ਤੁਸੀਂ ਕੀਮਤੀ ਵਕਤ ਵਿੱਚੋਂ ਸਾਨੂੰ ਕੁਝ ਪਲ ਦਿੱਤੇ ਨੇ। ਸੋ ਮੈਂ ਦੁਬਾਰਾ ਸੁਖਦੇਵ ਸਿੰਘ ਜੀ ਹੋਣਾ ਤੇ ਆਵਾਂਗਾ। ਸੁਖਦੇਵ ਸਿੰਘ ਜੀ, ਜਦੋਂ ਅਸੀਂ ਥੋਰੋ ਦੀ ਗੱਲ ਕਰਦੇ ਹਾਂ ਮਹਾਰਾਜ ਦੇ ਸਰੂਪ ਬਾਰੇ, ਕਿਉਂਕਿ ਬਾਕੀ ਛੋਟੀ ਮੋਟੀ ਜਗ੍ਹਾ ਤੇ ਕੋਈ ਨਾ ਕੋਈ ਸਮਝੌਤਾ, ਕੋਈ ਰਹਿਤ ਮਰਿਆਦਾ ਦੇ ਮਾਮਲੇ 'ਚ ਠੀਕ ਹੈ, ਉਹਨੂੰ ਕਿਸੇ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ। ਪਰ ਕੀ ਅੱਜ ਦੀ ਤਾਰੀਖ 'ਚ ਵੀ ਸਾਡੀਆਂ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਕਿ ਉਹ ਇੱਕ ਅਪਰੂਵ ਹੋ ਚੁੱਕੀ ਗੱਲ ਸੀ ਉੱਥੋਂ ਦੀ ਕਿਸੇ ਕਮੇਟੀ ਵੱਲੋਂ ਜਾਂ ਉੱਥੋਂ ਦੀ ਕਿਸੇ ਬੋਡੀ ਵੱਲੋਂ, ਜੋ ਸਿੱਖ ਧਰਮ ਦੀ ਬੋਡੀ ਮੰਨੀ ਜਾਂਦੀ ਹੈ, ਕੀ ਸਾਨੂੰ ਦੁਬਾਰਾ ਨਜ਼ਰਸਾਨੀ ਕਰਨ ਦੀ ਲੋੜ ਹੈ ਹੁਣ ਕਿ ਸਾਡੇ ਉਹ ਜਿਹੜੀਆਂ ਕਮੇਟੀਆਂ ਨੇ, ਜਿਨ੍ਹਾਂ ਤੇ ਅਸੀਂ ਯਕੀਨ ਕਰ ਸਕਦੇ ਹਾਂ, ਜਿਹੜੀਆਂ ਸਿੱਖ ਵਿਰਸੇ ਨੂੰ ਸਾਂਭ ਕੇ ਬੈਠੀਆਂ ਨੇ ਦੂਜੇ ਦੇਸ਼ਾਂ ਦੇ ਵਿੱਚ, ਕੀ ਸਾਨੂੰ ਦੁਬਾਰਾ, ਕਿਉਂਕਿ ਇਸ ਤਰ੍ਹਾਂ ਦੀ ਘਟਨਾ ਅੱਗੇ ਤੋਂ ਨਾ ਹੋਵੇ ਔਰ ਜੋ ਘਟਨਾ ਹੋਈ ਹੈ ਉਹਨੂੰ ਕਲੀਅਰ ਕੀਤਾ ਜਾਵੇ। ਹੁਣ ਇੱਕ ਸਾਫ਼ ਜਿਹੀ ਗੱਲ ਹੈ, ਜੋ ਸਰੂਪ ਤਿਆਰ ਹੋ ਚੁੱਕਾ ਹੈ ਉਹ ਹੁਣ ਸਾਨੂੰ ਸੰਭਾਲਣਾ ਪਵੇਗਾ ਕਿਸੇ ਨਾ ਕਿਸੇ ਤਰੀਕੇ ਨਾਲ, ਠੀਕ ਹੈ ਨਾ। ਉਹ ਇਸ ਤਰ੍ਹਾਂ ਦਾ ਮਾਮਲਾ ਨਹੀਂ ਕਿ ਹੁਣ ਅਸੀਂ ਉਸ ਸਰੂਪ ਨੂੰ, ਅਸੀਂ ਜੋ ਤਿਆਰੀ ਹੋ ਚੁੱਕੀ ਹੈ, ਅਸੀਂ ਕਹੀਏ ਕਿ ਨਹੀਂ, ਅਸੀਂ ਹੁਣ ਉਸ ਸਰੂਪ ਦਾ ਕੁਝ ਇਸ ਤਰ੍ਹਾਂ ਇੰਤਜ਼ਾਮ ਕਰੀਏ ਕਿ ਇਹਨੂੰ ਅੱਗੇ ਤੋਂ ਵਰਤਿਆ ਨਾ ਜਾਵੇ। ਹੁਣ ਉਹ ਕੁਛ ਨਾ ਕੁਛ ਤਾਂ ਕਰਨਾ ਪਏਗਾ, ਅੱਗੇ ਤੋਂ ਇਦਾਂ ਦੀ ਗਲਤੀ ਨਾ ਹੋਵੇ, ਅੱਗੇ ਤੋਂ ਇਦਾਂ ਦੀ ਕਿਸੇ ਜਿਹੜਾ ਸੀਨ ਹੈ ਉਹ ਕੌਮ ਦੇ ਸਾਹਮਣੇ ਨਾ ਆਵੇ। ਇਹਦੇ ਵਾਸਤੇ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਫਾਈਨਲੀ, ਕਿ ਕਿਸ ਪੱਧਰ ਤੇ ਕੰਮ ਹੋਣਾ ਚਾਹੀਦਾ? ਹਾਂਜੀ, ਇਹਦੇ ਵਾਸਤੇ ਸਲਾਹ ਤੇ ਕਿ ਪਹਿਲਾਂ ਵੀ ਮੇਰਾ ਖਿਆਲ ਕਿ ਪ੍ਰੈਕਟੀਕਲੀ ਕੰਮ ਹੋ ਰਿਹਾ। ਜਦੋਂ ਹੁਕਮ ਹੋ ਚੁੱਕਾ ਹੈ ਅਕਾਲ ਤਖਤ ਤੋਂ ਕਿ ਬੀੜਾਂ ਛਾਪਣ ਦਾ ਜਿਹੜੀ ਜ਼ਿੰਮੇਵਾਰੀ ਹੈ ਜਾਂ ਅਧਿਕਾਰ ਨੇ, ਉਹ ਚੁਣਿੰਦਾ ਸੰਸਥਾਵਾਂ ਨੂੰ ਦਿੱਤੇ ਗਏ ਨੇ। ਮੇਰੇ ਖਿਆਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਹੁਣ ਮਸਲਾ ਇਹ ਆਉਂਦਾ ਹੈ ਕਿ ਇੱਕ ਪਾਸੇ ਤੇ ਬੀੜਾਂ ਛਾਪਣ ਤੇ ਉੱਤੇ ਰੋਕ ਲਾ ਦਿੱਤੀ ਹੈ ਕਿ ਕੋਈ ਵੀ ਪ੍ਰਾਈਵੇਟ ਪਬਲਿਸ਼ਰ ਜਿਹੜਾ ਉਹਨੂੰ ਨਹੀਂ ਛਾਪ ਸਕਦਾ ਜੀ। ਦੂਸਰੇ ਪਾਸੇ ਕੋਈ ਬੰਦਾ ਆਪਣੇ ਘਰ ਦੇ ਵਿੱਚੋਂ ਬੀੜ ਲਿਖ ਕੇ ਹੱਥ ਲਿਖ ਤਿਆਰ ਕਰਕੇ ਲਿਆਉਂਦਾ ਤੇ ਉਹਨੂੰ ਸਨਮਾਨਿਤ ਵੀ ਕੀਤਾ ਜਾਂਦਾ ਜੀ। ਤੇ ਉਹ ਮੇਰਾ ਖਿਆਲ ਕਿ ਇੱਕ ਪਬਲਿਸ਼ਿੰਗ ਨਾਲੋਂ ਵੀ ਜ਼ਿਆਦਾ ਉੱਥੇ ਗੁੰਜਾਇਸ਼ ਹੁੰਦੀ ਗਲਤੀਆਂ ਦੀ, ਜਦੋਂ ਇਕੱਲਾ ਬੰਦਾ ਲਿਖ ਰਿਹਾ। ਕੁਦਰਤੀ ਗੱਲ ਹੈ, ਹਿਊਮਨ ਐਰਰ ਤਾਂ ਵੈਸੇ ਵੀ ਹੈ,
ਉਹ ਤਾਂ ਵੈਸੇ ਵੀ ਜਦੋਂ ਆਪਣੇ ਪਬਲਿਸ਼ਿੰਗ ਦੇ ਹੱਥੀਂ ਵਿੱਚ ਕੰਮ ਫਿਰ ਤੁਹਾਡੇ ਕੋਲ ਕਰਦੇ ਪ੍ਰੂਫ ਰੀਡਿੰਗ ਦੀ ਵਿਵਸਥਾ ਹੁੰਦੀ ਆ, ਉਹਨੂੰ ਦੁਬਾਰਾ ਜੀ ਸੋਧ ਕੇ ਛਾਪਿਆ ਜਾ ਸਕਦਾ, ਪਰ ਹੱਥ ਲਿਖਤ ਦੇ ਵਿੱਚ ਤੇ ਉਹਨੂੰ ਕਟਿੰਗ ਕੀਤੀ ਜਾ ਸਕਦੀ ਆ ਜਾਂ ਵਾਈਟਨਰ ਵਰਤਿਆ ਜਾ ਸਕਦਾ। ਜੀ ਜੀ ਤੇ ਜੀ ਇੱਕ ਪਾਸੇ ਜਿਹੜੇ ਹੱਥ ਲਿਖਤ ਬੀੜਾਂ ਲਿਖ ਕੇ ਲਿਆਉਂਦੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਹਾਲਾਂਕਿ ਜੀ ਚਾਹੀਦਾ ਇਹ ਹੈ ਕਿ ਜੇ ਬੰਦਾ ਕੋਈ ਇੰਨਾ ਸਮਾਂ ਦੇ ਸਕਦਾ ਹੈ, ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਣ ਵਾਸਤੇ ਬਹੁਤ ਲੰਮਾ ਸਮਾਂ ਚਾਹੀਦਾ, ਤੇ ਇੰਨਾ ਬਿਲਕੁਲ ਸਮਾਂ ਉਹਨੂੰ ਬਿਲਕੁਲ ਪ੍ਰੇਰਿਆ ਜਾਵੇ ਕਿ ਹੋਰ ਕਾਰਜਾਂ ਤੇ ਲਾ, ਇਤਿਹਾਸ ਦੇ ਉੱਤੇ ਕੰਮ ਕਰਨ ਵਾਲੇ ਨੇ ਹੋਰ ਕਈ ਕਾਰਜ ਜਿਹੜੇ ਆ ਜੀ ਜਿੱਥੇ ਜੀ ਲੋੜ ਹੈ ਲੰਮੇ ਸਮੇਂ ਸਿਰ ਸੁੱਟ ਜੀ ਕੇ ਜੀ ਕੰਮ ਕਰਨ ਦੀ, ਉਧਰ ਨੂੰ ਲੋਕਾਂ ਨੂੰ ਪ੍ਰੇਰਿਆ ਜਾਣਾ ਪਰ ਇੱਕ ਚਾਹੀਦਾ। ਸਭ ਤੋਂ ਵੱਡੀ ਗੱਲ ਤਾਂ ਇਹ ਹੋਣੀ ਚਾਹੀਦੀ ਹੈ ਕਿ ਜੇ ਕੋਈ ਸਿੱਖ ਵਿਦਆਊਟ ਜੈਂਡਰ ਡਿਫਰੈਂਸ, ਜੇ ਉਹ ਜਿੰਨਾ ਟਾਈਮ ਉਹ ਲਿਖਣ ਤੇ ਲਗਾਇਆ ਜਾਂਦਾ ਹੈ ਮਹਾਰਾਜ ਦੇ ਸਰੂਪ ਨੂੰ ਇੱਕ ਇੱਕ ਅੱਖਰ ਲਿਖਣ ਤੇ, ਜੇ ਉਹ ਨਿਰੰਤਰ ਭਾਵੇਂ ਸਾਲਾਂ ਬੱਧੀ ਇੱਕ ਸਹਿਜ ਪਾਠ ਸਾਹਿਬ ਕਰਕੇ ਜਿਹੜਾ ਬਿਲਕੁਲ ਅੱਖਰ ਬਾਈ ਅੱਖਰ ਅਰਥਾਂ ਸਮੇਤ ਕੋਈ ਕਰਕੇ ਤੇ ਦੱਸੇ ਕਿ ਹਾਂ ਗੁਰੂ ਮਹਾਰਾਜ ਜੀ ਦਾ ਸਾਰਾ, ਤੇ ਉੱਥੇ ਦੇ ਸਰੋਪਾ ਜਿਹੜਾ ਬਣਦਾ ਹੈ, ਕਿਉਂਕਿ ਜੋ ਦਰਸ਼ਨ ਜੋ ਫਿਲਾਸਫੀ ਹੈ ਗੁਰੂ ਮਹਾਰਾਜ ਦੀ ਉਹ ਇਹ ਹੈਗੀ ਕਿ ਗੁਰਬਾਣੀ ਨੂੰ ਪੜ੍ਹਨਾ, ਸੁਣਨਾ ਔਰ ਸਮਝਣਾ। ਪਰ ਜੇ ਅਸੀਂ ਐਜ਼ ਅ ਡਿਵਾਈਸ, ਜੇ ਅਸੀਂ ਪ੍ਰਿੰਟਰ ਐਜ਼ ਅ ਪ੍ਰਿੰਟਿੰਗ ਕੰਮ ਕਰ ਰਹੇ ਹਾਂ ਕਿ ਇੱਕ ਪ੍ਰਿੰਟਰ 'ਚ ਤੇ ਇੱਕ ਇਨਸਾਨ 'ਚ ਫਿਰ ਫਰਕ ਤਾਂ ਇਸ ਤਰ੍ਹਾਂ, ਤਾਂ ਫਿਰ ਜਿਹੜੀ ਪ੍ਰਿੰਟਿੰਗ ਮਸ਼ੀਨ ਹੈ ਉਹ ਤਾਂ ਗੁਰੂ ਮਹਾਰਾਜ ਦੇ ਬੜੇ ਸਰੂਪ ਛਾਪ ਦਿੰਦੀ ਹੈ, ਤੇ ਉਹਦੇ ਵਿੱਚ ਤੇ ਇੱਕ ਇਨਸਾਨ 'ਚ ਕੁਝ ਜ਼ਿਆਦਾ ਐਥੀਕਲੀ ਕੋਈ ਫਰਕ ਤਾਂ ਰਹਿ ਨਹੀਂ ਜਾਂਦਾ। ਸੋ ਅੱਜ ਵੀ ਲੋੜ ਤਾਂ ਹੈ ਕਿ ਗੁਰਬਾਣੀ ਨੂੰ ਪੜ੍ਹਨ, ਸੁਣਨ, ਵਾਚਣ, ਜਾਚਣ ਤੇ ਸਮਝਣ ਤੇ ਜਿਉਣ ਦੀ ਲੋੜ ਹੈ। ਪਰ ਅਜੇ ਵੀ ਅੱਜ ਦੀ ਤਾਰੀਖ 'ਚ ਵੀ ਆਧੁਨਿਕ ਯੁੱਗ ਚੱਲ ਰਿਹਾ ਹੈ, ਅਸੀਂ ਉਹਨਾਂ ਚੱਕਰਾਂ 'ਚ ਪਏ ਹਾਂ ਕਿ ਸਰੂਪ ਨੂੰ ਲਿਖਣਾ ਔਰ ਵੱਡ ਆਕਾਰੀ ਸਰੂਪ ਤਿਆਰ ਕਰਨੇ, ਫਿਰ ਦੱਸਣਾ। ਸੋ ਇਹ ਇੱਕ ਹਾਲ ਦੀ ਘੜੀ, ਇਹ ਇੱਕ ਨਕਾਰਾਤਮਕ, ਮਤਲਬ ਤੁਸੀਂ ਕੀ ਕਹੋ ਰੋਲ ਆਫ ਇਹਨੂੰ ਕਿਸ ਤਰ੍ਹਾਂ ਕਰੋਗੇ ਇਸ ਚੀਜ਼ ਨੂੰ? ਹਾਂਜੀ, ਇਹ ਪ੍ਰਚਲਨ ਜਿਹੜਾ ਜੀ ਮੇਰਾ ਖਿਆਲ ਰੁਕਣਾ ਚਾਹੀਦਾ। ਇਹ ਪ੍ਰਚਲਨ ਦੋਵਾਂ ਪਾਸੇ ਖਤਰਨਾਕ ਹੈ। ਜੇ ਕੋਈ ਇਹ ਸਾਬਤ ਕਰਦਾ ਕਿ ਮੈਂ ਛੋਟੇ ਤੋਂ ਛੋਟਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਲਿਆ, ਬਹੁਤ ਜੀ ਛੋਟੀ ਬੀੜ ਤਿਆਰ ਕਰ ਲਈ ਹੈ, ਜੀ ਤੇ ਉੱਥੇ ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ। ਜੀ ਉੱਥੇ ਵੀ ਪ੍ਰਸ਼ੰਸਾ ਨਹੀਂ ਕਰਨੀ ਚਾਹੀਦੀ, ਉਹਨੂੰ ਰੋਕਣਾ ਚਾਹੀਦਾ ਕਿ ਭਾਈ ਜਿਹੜੀਆਂ ਬੀੜਾਂ ਜਿਸ ਸਮੇਂ ਲੋੜ ਸੀ ਇਹਨਾਂ ਦੀ ਲਿਖਣ ਦੀ, ਹੱਥ ਲਿਖਤ ਦੀ, ਉਦੋਂ ਜੀ ਤੁਸੀਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਬਹੁਤ ਵਧੀਆ ਕੀਤਾ ਹੈ। ਜੀ ਅੱਜ ਇਸ ਚੀਜ਼ ਦੀ ਲੋੜ ਨਹੀਂ ਹੈ। ਅੱਜ ਜੀ ਛਾਪੇਖਾਨੇ ਸਾਡੇ ਕੋਲ ਮੌਜੂਦ ਨੇ ਜਿੱਥੇ ਬਿਨਾਂ ਗਲਤੀਆਂ ਤੋਂ ਵਧੀਆ ਸਰੂਪ ਜਿਹੜੇ ਆ ਉਹ ਛਪ ਕੇ ਸੰਗਤਾਂ ਤੱਕ ਪਹੁੰਚ ਰਹੇ ਨੇ। ਜੀ ਜੀ ਬਿਲਕੁਲ। ਤੇ ਦੂਸਰੀ ਗੱਲ, ਇਸ ਬੀੜ ਦੇ ਨਾਲ ਸੰਬੰਧਿਤ ਵੀ ਮੈਂ ਕੁਛ ਇੱਕ ਗੱਲਾਂ ਸੁਣੀਆਂ ਨੇ ਉੱਥੋਂ ਦੇ ਪ੍ਰਧਾਨ ਦੀ ਜ਼ੁਬਾਨੀ, ਹਾਂਜੀ ਕਿ ਅਕਾਲ ਤਖਤ ਨੇ ਪਹਿਲਾਂ ਵੀ 2 ਵਾਰੀ ਉਹਨੂੰ ਤਲਬ ਕੀਤਾ ਹੈ, ਪਰ ਉਹ ਕਹਿੰਦਾ ਕਿ ਮੈਨੂੰ ਟਾਈਮ ਇੰਨਾ ਘੱਟ ਦਿੱਤਾ ਜਾਂਦਾ ਕਿ ਮੈਂ ਪਹੁੰਚ ਨਹੀਂ ਸਕਿਆ ਦੋਵੇਂ ਵਾਰੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਘੱਟੋ ਘੱਟ 1 ਘੰਟੇ 1 ਮਹੀਨੇ ਦਾ ਟਾਈਮ ਦਿਓ, ਜੀ ਜਾਂ ਟਿਕਟਾਂ ਮੈਂ ਭੇਜਦਾ ਤੇ ਅਕਾਲ ਤਖਤ ਵੱਲੋਂ ਇੱਕ ਟੀਮ ਜਿਹੜੀ ਆ ਉਹ ਆ ਕੇ ਇੱਥੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਸਕਦੀ ਕਿ ਮੈਂ ਕੀ ਗਲਤ ਕੀਤਾ ਹੈ। ਅੱਛਾ ਜੀ। ਤੇ ਹੁਣ ਵੇਖੀ ਜਾਂਦੀ ਹੈ ਕਿ ਅਕਾਲ ਤਖਤ ਵੱਲੋਂ ਆਉਣ ਵਾਲੇ ਸਮੇਂ 'ਚ ਇਸ ਮਸਲੇ ਨੂੰ ਕਿਵੇਂ ਨਜਿੱਠਿਆ ਜਾਂਦਾ ਹੈ, ਤੇ ਇਸ ਮਸਲੇ ਦੀ ਚਾਨਣ ਦੇ ਵਿੱਚ ਆਉਣ ਵਾਲੇ ਸਮੇਂ ਵਾਸਤੇ ਕਿਹੜੀਆਂ ਰੂਪਰੇਖਾ ਜਿਹੜੀਆਂ ਉਹ ਸੰਗਤਾਂ ਨੂੰ ਦਿੱਤੀਆਂ ਜਾਂਦੀਆਂ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਚਲੋ ਅਸੀਂ ਆਸਮੰਦ ਹਾਂ ਕਿ ਇਸ ਇਸ਼ੂ ਨੂੰ ਲੈ ਕੇ, ਇਸ ਮਸਲੇ ਨੂੰ ਲੈ ਕੇ ਕੁਝ ਇੱਦਾਂ ਦੇ ਫੈਸਲੇ ਲਏ ਜਾਣਗੇ ਕਿ ਅੱਗੇ ਤੋਂ ਜਿਹੜੇ ਸਰੂਪ ਨੇ ਮਹਾਰਾਜ ਦੇ, ਉਹਨਾਂ ਦੇ ਨਾਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਐਜ਼ ਅ ਡਿਵਾਈਸ ਉਹਨੂੰ ਪੇਸ਼ ਕਰਨ ਲੱਗਿਆ ਜਿਹੜਾ ਵਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਹੋਵੇ, ਗਾਈਡਲਾਈਨਸ ਇਸ਼ੂ ਹੋਣ। ਖਾਸ ਤੌਰ ਤੇ ਮੇਰਾ ਖਿਆਲ ਹੈ ਕਿ ਜਦੋਂ ਇਦਾਂ ਦਾ ਇੰਸੀਡੈਂਟ ਸਾਹਮਣੇ ਆਇਆ ਤੇ ਇਹ ਵੀ ਗਾਈਡਲਾਈਨਸ ਜਾਰੀ ਹੋਣੀਆਂ ਚਾਹੀਦੀਆਂ ਨੇ ਕਿ ਮਹਾਰਾਜ ਦੇ ਸਰੂਪ ਦਾ ਆਕਾਰ ਕੀ ਹੋਣਾ ਚਾਹੀਦਾ, ਜੋ ਇੱਕ ਆਮ ਹਾਲਾਤਾਂ ਦੇ ਵਿੱਚ ਅਸੀਂ ਮਹਾਰਾਜ ਦੇ ਸਰੂਪ ਦਾ ਪ੍ਰਕਾਸ਼ ਕਰਦੇ ਹਾਂ, ਉਹਨਾਂ ਨੂੰ ਤਿਆਰ ਕਰਦੇ ਹਾਂ। ਸੋ ਇਹ ਵੀ ਗਾਈਡਲਾਈਨਸ ਤਿਆਰੀਆਂ ਹੋਣੀਆਂ ਚਾਹੀਦੀਆਂ ਨੇ। ਮੇਰਾ ਖਿਆਲ ਹੈ ਸਮਾਂ ਹੈ, ਨਹੀਂ ਤਾਂ ਹੌਲੀ ਹੌਲੀ ਗਾਂਹ ਤੋਂ ਚੀਜ਼ਾਂ ਵਿਗੜਦੀਆਂ ਨੇ। ਜਿਵੇਂ ਪਹਿਲਾਂ ਗੱਲ ਜ਼ਿਕਰ ਆਇਆ ਸੀ ਕਿ ਹੋ ਸਕਦਾ ਕੋਈ ਇਹਨੂੰ ਇੱਕ ਪੈਮਾਨਾ ਮੰਨ ਕੇ ਇਹਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰੇ ਕੋਈ, ਕਿ ਅਸੀਂ ਇਸ ਤੋਂ ਵੱਡਾ ਸਰੂਪ ਤਿਆਰ ਕਰਦੇ ਹਾਂ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਖਦੇਵ ਸਿੰਘ ਜੀ। ਸਾਰੇ ਜੋ ਸਰੋਤੇ ਸਾਡੇ ਨਾਲ ਜੁੜੇ ਸਨ ਜਾਂ ਜੁੜੇ ਨੇ ਜਾਂ ਇਸ ਤੋਂ ਬਾਅਦ ਵਿੱਚ ਵੀ ਇਸ ਪ੍ਰੋਗਰਾਮ ਨੂੰ ਦੇਖਣ, ਉਹ ਸੋਚਣ ਸਮਝਣ ਇਹਦੇ ਬਾਰੇ, ਔਰ ਇਸ ਥਾਟ ਨੂੰ, ਇਸ ਖਿਆਲ ਨੂੰ ਹੋਰ ਅੱਗੇ ਪਹੁੰਚਾਉਣ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਬਲ ਨਹੀਂ ਹੈਗੇ, ਉਹ ਸਿੱਖ ਧਰਮ ਦੀ ਨੀਂਹ ਨੇ, ਦਿਲ ਨੇ, ਆਤਮਾ ਨੇ, ਰੂਹ ਨੇ। ਉਹਨਾਂ ਨੂੰ ਐਜ਼ ਅ ਸਿੰਬਲ ਪ੍ਰੈਜ਼ੈਂਟ ਕਰਨਾ, ਉਹ ਕੋਈ ਸਮਝ ਨਹੀਂ, ਕੋਈ ਸਿਆਣਪ ਨਹੀਂ, ਕੋਈ ਨੈਤਿਕਤਾ ਨਹੀਂ, ਨਾ ਹੀ ਉਹ ਧਾਰਮਿਕ ਦ੍ਰਿਸ਼ਟੀਕੋਣ ਤੋਂ, ਨਾ ਹੀ ਉਹ ਮਰਿਆਦਾ ਦ੍ਰਿਸ਼ਟੀਕੋਣ ਤੋਂ ਬਿਹਤਰ ਹੈਗਾ। ਸੁਖਦੇਵ ਸਿੰਘ ਜੀ ਬਹੁਤ ਧੰਨਵਾਦ। ਅਸੀਂ ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਡੀਆਂ ਸੇਵਾਵਾਂ ਅਸੀਂ ਲੈਂਦੇ ਰਹਾਂਗੇ, ਔਰ ਕਿਸੇ ਜੋ ਲੇਟੈਸਟ ਇਸ਼ੂ ਨੇ ਉਹਨਾਂ ਦੇ ਨਾਲ ਅਸੀਂ ਫਿਰ ਸੰਗਤ ਦੇ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।